ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਤ ਸੰਗਤ ਦੀ ਘੜੀ ਸਾਨੂੰ ਬਖਸ਼ੀ। ਸਾਸ ਗ੍ਰਾਸ ਸਿਮਰਨ ਕਰਦੇ ਕਰਦੇ ਸਾਥ ਸਾਥ ਸਿਮਰਨ ਕਰਨ ਦੀ ਜੁਗਤ ਅਸੀਂ ਸਿੱਖੀ, ਜਿਹੜੇ ਨਵੇਂ ਗੁਰਮੁਖ ਆ, ਅਤੇ ਅਭਿਆਸ ਕਰਦੇ ਕਰਦੇ ਉਸ ਪੁਆਇੰਟ ਤੱਕ ਅਸੀਂ ਪਹੁੰਚਣਾ ਹੁੰਦਾ ਜਿੱਥੇ ਅਨਹਦ ਸ਼ਬਦ ਮਾਲਕ ਦੀ ਆਵਾਜ਼ ਸਾਨੂੰ ਅੰਦਰੋਂ ਸੁਣੇ। ਅਨਹਦ ਸ਼ਬਦ, ਸਹਿਜ ਧੁਨ, ਇਹ ਮਾਲਕ ਦੀ ਆਵਾਜ਼ ਆ ਜੋ ਪ੍ਰਮਾਤਮਾ ਬਚਨ ਕਰਦੇ ਆ, ਆਪਣੇ ਮੁਖ ਤੋਂ ਜੋ ਬਚਨ ਕਰ ਰਹੇ ਆ ਉਹਨਾਂ ਨੂੰ ਅਨਹਦ ਸ਼ਬਦ ਕਹਿ ਦਿੱਤਾ। ਮਹਾਰਾਜ ਕਹਿੰਦੇ ਆ ਕਿ ਤਿਸ ਰੂਪ ਨਾ ਰੇਖ ਅਨਾਹਦ ਵਾਜੇ ਸ਼ਬਦ ਨਿਰੰਜਨ ਕੀਆ, ਕਿ ਉਹ ਮਾਇਆ ਤੋਂ ਰਹਿਤ ਸ਼ਬਦ ਆ, ਨਿਰੰਜਨ ਆ, ਅਤੇ ਉਹਨਾਂ ਦਾ ਕੋਈ ਰੂਪ ਰੇਖ ਨਹੀਂ ਹੈਗਾ, ਉਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦੇ। ਅਸੀਂ ਗੁਰਮੰਤਰ ਦਾ ਅਭਿਆਸ ਇੱਥੇ ਤੱਕ ਕਰਨਾ ਹੁੰਦਾ ਕਿ ਅਭਿਆਸ ਕਰਦੇ ਕਰਦੇ ਸਾਡਾ ਮਨ ਫੁਰਨਿਆਂ ਤੋਂ, ਵਿਚਾਰਾਂ ਤੋਂ ਰਹਿਤ ਹੋ ਜਾਏ, ਕਿਉਂਕਿ ਸਾਡੇ ਅੰਦਰ 5 ਦੂਤ ਜਿਹੜੇ ਆ, ਕਾਮ, ਕ੍ਰੋਧ, ਅਹੰਕਾਰ, ਇਹ ਸਾਡੇ ਅੰਦਰ ਫੁਰਨੇ ਪੈਦਾ ਕਰਦੇ ਆ ਵਿਕਾਰਾਂ ਦੇ ਰੂਪ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਆ 5 ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਪਸਾਰਾ। ਅਤੇ ਇਹਨਾਂ ਨੇ ਸਾਡੇ ਅੰਦਰ ਵਿਚਾਰ ਵਾਰ-ਵਾਰ ਲਿਆਉਣੇ ਹੁੰਦੇ ਆ, ਕਿਉਂਕਿ ਇਹਨਾਂ ਨੇ ਸਾਡੇ ਮਨ ਨੂੰ ਤੋਰਨਾ ਹੁੰਦਾ ਆਪਣੇ ਰਾਹ 'ਤੇ, ਧਾਤ ਦੇ ਰਸਤੇ 'ਤੇ। ਲਿਵ ਦੇ ਰਾਹ ਤੋਂ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਕਿ ਸਾਡਾ ਮਨ ਪਰੇ ਰੱਖਿਆ ਜਾਏ ਅਤੇ ਧਾਤ ਦੇ ਰਸਤੇ 'ਤੇ ਚੱਲੇ, ਇਹਨਾਂ ਦੇ ਮਾਰਗ 'ਤੇ, ਜਿਹਨੂੰ ਜਮ ਮਾਰਗ ਵੀ ਕਹਿ ਦਿੱਤਾ ਹੈ, ਕਿਉਂਕਿ ਇਹੀ ਜਮ ਨੇ ਜਿਹੜੇ ਅਖੀਰਲੇ ਸਮੇਂ ਇਹਨਾਂ ਨੇ ਰੂਪ ਧਾਰਨ ਕਰਨਾ, ਜਿਹਨੂੰ ਮਹਾਰਾਜ ਕਹਿੰਦੇ ਆ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਅਤੇ ਇਹਨਾਂ ਨੇ ਆਪਣੇ ਮਾਰਗ 'ਤੇ ਲਿਜਾਣਾ, ਅਤੇ ਸਾਡੇ ਜਿਹੜੇ ਸਵਾਸ ਆ, ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਸਵਾਸ ਸਾਡੇ ਚੁਰਾ ਕੇ ਸਾਡੇ ਅੰਦਰੋਂ ਖੁਰਾਕ ਵੀ ਇਹਨਾਂ ਨੇ ਲੈਣੀ ਹੁੰਦੀ, ਜੋ ਅੰਮ੍ਰਿਤ ਰਸ, ਬ੍ਰਹਮ ਰਸ ਪਰਮਾਤਮਾ ਸਾਨੂੰ ਭੇਜ ਰਿਹਾ। ਹੁਣ ਮਨ ਸਾਡਾ ਕਮਜ਼ੋਰ ਤਾਂ ਆ ਕਿਉਂਕਿ ਸਾਨੂੰ ਉਹ ਖੁਰਾਕ ਜਿਹੜੀ ਆ ਮਿਲਦੀ ਨਹੀਂ। ਮਹਾਰਾਜ ਦੱਸਦੇ ਨੇ ਕਿ ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸਮਾਲ, ਇਹੋ ਖਰਚ ਖੁਟ ਹੈ ਗੁਰਮੁਖ ਨੇ ਬਹਿ ਨਾਲ। ਜਿਹੜੇ ਜਾਮੇ ਆ ਇਹ ਸਾਡੇ ਸਵਾਸ ਚੁਰਾ ਰਹੇ ਨੇ, ਸਾਡੀ ਖੁਰਾਕ ਜਿਹੜੀ ਆ ਉਹ ਸਾਨੂੰ ਮਿਲਦੀ ਨਹੀਂ, ਪਹੁੰਚਦੀ ਨਹੀਂ ਸਾਡੇ ਤਾਈਂ, ਅਤੇ ਸਾਡਾ ਮਨ ਇੱਥੇ ਫਿਰ ਮਾਇਆ ਦੀ ਨੀਂਦ 'ਤੇ ਸੁੱਤਾ ਰਹਿੰਦਾ ਹੈ। ਹੁਣ ਗੁਰਬਾਣੀ ਦੇ ਵਿੱਚ ਇਹਨਾਂ ਅਨਹਦ ਸ਼ਬਦਾਂ ਬਾਰੇ ਮਹਾਰਾਜ ਨੇ ਦੱਸਿਆ ਹੋਇਆ ਕਿ ਮਾਲਕ ਦੀ ਆਵਾਜ਼ ਆ। ਜਿਵੇਂ ਬੱਚਾ ਹਨੇਰੇ ਦੇ ਵਿੱਚ ਆਪਣੇ ਮਾਤਾ ਪਿਤਾ ਵੱਲ ਨੂੰ ਜਾਣਾ ਚਾਹੇ, ਕੋਈ ਪ੍ਰਕਾਸ਼ ਨਹੀਂ ਹੈਗਾ, ਲਾਈਟ ਨਹੀਂ ਹੈਗੀ ਬਾਹਰ, ਅਤੇ ਉਹ ਆਵਾਜ਼ ਦਊਗਾ, ਇੱਦਾਂ ਹੀ ਅਸੀਂ ਉਸ ਮਾਲਕ ਨੂੰ ਆਵਾਜ਼ ਦਿੰਦੇ ਹਾਂ ਵਾਹਿਗੁਰੂ ਕਹਿ ਕੇ। ਉਹ ਮਾਲਕ ਸਾਡੇ ਇਸ ਮਨ ਨੂੰ ਹਮੇਸ਼ਾ ਹੀ ਆਵਾਜ਼ ਦੇ ਰਿਹਾ ਆ ਅਨਹਦ ਸ਼ਬਦਾਂ ਦੇ ਰੂਪ ਦੇ ਵਿੱਚ। ਜਦੋਂ ਇਹ 5 ਦੂਤਾਂ ਦਾ ਸ਼ੋਰ ਘੱਟ ਜਾਂਦਾ, ਵਿਚਾਰ ਜਿਹੜੇ ਆ ਸਾਡੇ ਘੱਟ ਜਾਂਦੇ ਆ ਫੁਰਨੇ, ਅਤੇ ਕੀ ਹੁੰਦਾ ਹੈ ਕਿ ਅਸੀਂ ਉਸ ਦੀ ਆਵਾਜ਼ ਨੂੰ, ਫਿਰ ਮਾਲਕ ਦੀ ਆਵਾਜ਼ ਨੂੰ ਸੁਣਨ ਲੱਗ ਪੈਂਦੇ, ਉਸ ਨੂੰ ਫਿਰ ਫੋਲੋ ਕਰ ਕਰਕੇ ਅਸੀਂ ਫਿਰ ਮਾਲਕ ਦੇ ਸਨਮੁਖ ਹੋ ਸਕਦੇ ਹਾਂ। ਤਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਅਨਹਦ ਸ਼ਬਦਾਂ ਨੂੰ ਸੁਣਦੇ ਹਾਂ, ਜਿਹੜੀ ਵਿੱਚੋਂ ਇੱਕ ਰਸ ਲਗਾਤਾਰ ਆਵਾਜ਼ ਚੱਲਦੀ ਹੈ, ਉਸ ਨੂੰ ਸਹਿਜ ਧੁਨ ਕਿਹਾ ਹੋਇਆ, ਉਸ ਦੇ ਵਿੱਚ ਧਿਆਨ ਲਾ ਲੈਣਾ, ਅਤੇ ਧਿਆਨ ਲਾ ਕੇ ਫਿਰ ਉਹਦਾ ਪਿੱਛਾ ਕਰਨਾ ਕਿ ਜਾ ਕੇ ਕਿੱਥੇ ਸਮਾਉਂਦੀ ਹੈ, ਅਤੇ ਫਿਰ ਅਸੀਂ ਮਾਲਕ ਦੇ ਸਨਮੁਖ ਹੋ ਸਕਦੇ ਹਾਂ। ਹੁਣ ਅਨਹਦ ਸ਼ਬਦਾਂ ਦਾ ਪਛਾਣ ਜਿਹੜੀ ਹੈ ਇਹ ਹੋਣੀ ਜ਼ਰੂਰੀ ਹੈ ਸਾਨੂੰ। ਕਈਆਂ ਨੂੰ ਤੁਸੀਂ ਸੁਣੋਗੇ ਉਹ ਕਹਿੰਦੇ ਆ ਕਿ ਜੀ ਮੈਨੂੰ ਇਸ ਕਿਸਮ ਦੀ ਆਵਾਜ਼ ਸੁਣਦੀ ਹੈ, ਕਈ ਕਹਿ ਦਿੰਦੇ ਆ ਕਿ ਜੀ ਬੀਂਡੇ ਵੱਜਦੇ ਨੇ, ਕੋਈ ਕਹਿ ਦਿੰਦਾ ਚਿੜੀਆਂ ਚੁੱਕਦੀਆਂ, ਇੱਦਾਂ ਦੀਆਂ ਆਵਾਜ਼ਾਂ ਸੁਣ ਰਹੇ ਹੋ। ਅਤੇ ਉਹ ਹੁੰਦੀ ਹੈ ਸ਼ੁਰੂਆਤ ਇਹਨਾਂ ਅਨਹਦ ਸ਼ਬਦਾਂ ਦੀ। ਜਦੋਂ ਅਸੀਂ ਅਭਿਆਸ ਕਰਦੇ ਹਾਂ ਅਤੇ ਫੁਰਨਿਆਂ ਤੋਂ ਰਹਿਤ ਹੁੰਦੇ ਜਾਂਦੇ, ਸਾਨੂੰ ਪਹਿਲਾਂ ਇਸ ਤਰੀਕੇ ਨਾਲ ਹੀ ਮਹਿਸੂਸ ਹੁੰਦਾ ਕਿ ਚਿੜੀਆਂ ਚੁੱਕਦੀਆਂ ਜਾਂ ਬੀਂਡੇ ਵੱਜਦੇ ਨੇ। ਜਿਉਂ-ਜਿਉਂ ਸਾਡਾ ਮਨ ਪਾਉਣ ਤੋਂ ਵੱਖ ਹੁੰਦਾ ਜਾਂਦਾ ਹੈ, ਅਤੇ ਸਾਨੂੰ ਫਿਰ ਇਹ ਆਵਾਜ਼ ਹੋਰ ਸਾਫ਼ ਸੁਣਨ ਲੱਗ ਪੈਂਦੀ ਹੈ,
ਫਿਰ ਜਿਹੜੇ ਸੰਗੀਤਕ ਧੁਨਾਂ ਦੀ ਗੱਲ ਕੀਤੀ ਹੋਈ ਹੈ ਗੁਰਬਾਣੀ ਦੇ ਵਿੱਚ, ਜਿਹੜੇ ਚੱਲਦੇ ਆ ਸਾਡੇ ਮਸਤਕ 'ਤੇ, ਜਿਹਨੂੰ ਮਹਾਰਾਜ ਕਹਿੰਦੇ ਮਸਤਕ ਪਦਮ ਦਵਾਲੈ ਮਣੀ, ਮਾਹੇ ਨਿਰੰਜਨ ਤ੍ਰੇ ਪਵਨ ਧਣੀ, ਪੰਜ ਸ਼ਬਦ ਨਿਰਮਾਇਲ ਵਾਜੈ, ਉਹ ਪ੍ਰਗਟ ਹੋ ਜਾਂਦੇ ਆ। ਅਤੇ ਗੁਰਬਾਣੀ ਦੇ ਵਿੱਚ ਸਾਨੂੰ ਫਿਰ ਸਮਝਾਇਆ ਹੋਇਆ ਹੈ ਕਿ ਜਿਹੜੇ ਪੰਜ ਸ਼ਬਦ ਆ ਉਹ ਕਿਸ ਪੁਆਇੰਟ 'ਤੇ ਕਿਸ ਤਰੀਕੇ ਨਾਲ ਵੱਜਦੇ ਆ, ਕਿਹੜੇ ਕਿਹੜੇ ਵੱਜਦੇ ਨੇ। ਹੁਣ ਜੇਕਰ ਅਸੀਂ ਅਭਿਆਸ ਕਰਦੇ ਹਾਂ ਅਤੇ ਨਾਲ ਗੁਰਬਾਣੀ ਦੁਆਰਾ ਖੋਜ ਕਰਦੇ ਹਾਂ ਜਾਂ ਸੰਗਤ ਕਰਦੇ ਹਾਂ ਤਾਂ ਸਾਨੂੰ ਭੇਦ ਸੌਖਾ ਮਿਲ ਜਾਂਦਾ। ਮਹਾਰਾਜ ਕਹਿੰਦੇ ਮਸਤਕ ਪਦਮ ਦਵਾਲੈ ਮਣੀ, ਮਾਹੇ ਨਿਰੰਜਨ ਤ੍ਰੇ ਭਵਨ ਧਣੀ, ਪੰਜ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਨ ਗਾਜੇ। ਮਹਾਰਾਜ ਕਹਿੰਦੇ ਕਿ ਉੱਥੇ ਢੋਲਕੀ ਦੀ ਆਵਾਜ਼ ਆ, ਉੱਥੇ ਚੌਰ ਦੀ ਆਵਾਜ਼ ਆ। ਜਦੋਂ ਅਸੀਂ ਗੁਰਦੁਆਰਾ ਸਾਹਿਬ ਵੀ ਚੌਰ ਸਾਹਿਬ ਦੀ ਡਿਊਟੀ 'ਤੇ ਹੁੰਦੇ ਹਾਂ, ਚੌਰ ਸਾਹਿਬ ਕਰ ਰਹੇ ਹਾਂ, ਅਤੇ ਉਹਦੇ ਵਿੱਚੋਂ ਵੀ ਚੌਰ 'ਚੋਂ ਆਵਾਜ਼ ਆਉਂਦੀ ਹੈ, ਉਹ ਵੀ ਉਹੀ ਆਵਾਜ਼ ਫਿਰ ਅੰਦਰ ਆ। ਸੰਖ ਉੱਥੇ ਵੱਜ ਰਿਹਾ ਹੈ, ਉੱਥੇ ਬੱਦਲ ਗਰਜ ਰਿਹਾ ਅਤੇ ਪ੍ਰਮਾਤਮਾ ਆਪ ਗੱਜਦਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਗੁਰਸਬਦੀ ਗੋਬਿੰਦ ਗੱਜਿਆ। ਐਸੀ ਆਵਾਜ਼ ਅੰਦਰੋਂ ਆਉਂਦੀ ਹੈ। ਹੁਣ ਪਹਿਲਾਂ ਜਦੋਂ ਅਸੀਂ ਸੁਣਦੇ ਹਾਂ, ਹਜੇ ਪਾਉਣ ਤੋਂ ਵੱਖ ਨਹੀਂ ਹੋਏ ਹੁੰਦੇ, ਸਾਨੂੰ ਇੱਦਾਂ ਮਹਿਸੂਸ ਹੁੰਦਾ ਕਿ ਜਿਵੇਂ ਬੀਂਡੇ ਵੱਜਦੇ ਆ ਜਾਂ ਚਿੜੀਆਂ ਚੁੱਕਦੀਆਂ। ਅਤੇ ਜਿਹੜੇ ਗੁਰਮੁਖ ਹੁੰਦੇ ਆ ਪ੍ਰਚਾਰਕ, ਕੋਈ ਕਹਿ ਦਿੰਦਾ ਕਿ ਜੀ ਇਹ ਪਾਉਣ ਦੇ ਸ਼ਬਦ ਆ, ਕੋਈ ਕਹਿ ਦਿੰਦਾ ਕਿ ਇਹ ਦਰ ਤੋਂ ਬਾਹਰ ਵੱਜ ਰਿਹਾ, ਤਾਂ ਸਾਨੂੰ ਇੱਦਾਂ ਸੁਣਦੇ ਆ। ਹੁਣ ਇਹ ਕਲੀਅਰ ਹੋਣਾ ਚਾਹੀਦਾ ਸਾਨੂੰ ਕਿ ਇਹ ਆਵਾਜ਼ ਆ ਕਿੱਥੋਂ ਰਹੀ ਆ। ਫਿਰ ਕਈਆਂ ਨੂੰ ਭੁਲੇਖਾ ਪੈ ਜਾਂਦਾ, ਉਹ ਕਹਿ ਦਿੰਦੇ ਕਿ ਨਹੀਂ ਇਹ ਅਨਹਦ ਸ਼ਬਦ ਨਹੀਂ, ਕਿਉਂਕਿ ਇਹ ਇਹਨਾਂ ਦਾ ਜ਼ਿਕਰ ਨਹੀਂ ਹੈ ਕਿ ਬੀਂਡੇ ਵੱਜਣਗੇ ਅਤੇ ਚਿੜੀਆਂ ਚੁੱਕਣਗੀਆਂ। ਅਸਲ ਵਿੱਚ ਉਸ ਵੇਲੇ ਜਦੋਂ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਸੁਣਦੇ ਹਾਂ, ਸਾਡਾ ਮਨ ਪਾਉਣ ਦੇ ਵਿੱਚ ਹਜੇ ਮਿਲਿਆ ਹੁੰਦਾ ਆ, ਅਤੇ ਅਸੀਂ ਦਰ 'ਤੇ ਪਹੁੰਚੇ ਹਾਂ, ਦਰ ਤੋਂ ਹੀ ਆਵਾਜ਼ ਆ ਰਹੀ ਆ। ਮਹਾਰਾਜ ਕਹਿੰਦੇ ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ। ਕਿ ਪ੍ਰਮਾਤਮਾ ਦੇ ਦਰ ਤੋਂ ਆਵਾਜ਼ ਚੱਲ ਰਹੀ ਆ, ਅਨੇਕਾਂ ਕਿਸਮਾਂ ਦੇ ਨਾਦ ਚੱਲ ਰਹੇ ਆ, ਅਤੇ ਸਾਰੇ ਉਸ ਦਰ 'ਤੇ ਬੈਠ ਕੇ ਸੁਰਤੀਆਂ ਉਸ ਨਾਦ ਨਾਲ ਜੁੜ ਕੇ, ਸ਼ਬਦਾਂ ਨਾਲ ਜੁੜ ਕੇ ਪ੍ਰਮਾਤਮਾ ਨੂੰ ਗਾ ਰਹੇ ਨੇ, ਪ੍ਰਮਾਤਮਾ ਦੀ ਉਸਤਤ ਕਰ ਰਹੇ ਆ। ਹੁਣ ਇਹ ਸ਼ਬਦ ਸਾਰੇ ਉਸ ਦਰ ਤੋਂ ਹੀ ਆ। ਸਿਰਫ ਇਹ ਹੈ ਕਿ ਜਦੋਂ ਅਸੀਂ ਉਸ ਦਰ 'ਤੇ ਪਹੁੰਚਦੇ ਹਾਂ, ਸਾਡਾ ਮਨ ਕਿੱਥੇ ਟਿਕਾਓ ਕਰਦਾ ਆ, ਫਿਰ ਸਾਨੂੰ ਵੱਖ-ਵੱਖ ਸ਼ਬਦ ਕਲੀਅਰ ਸੁਣਦੇ ਆ, ਜਿਉਂ-ਜਿਉਂ ਅਸੀਂ ਪਾਉਣ ਤੋਂ ਵੱਖ ਹੁੰਦੇ ਜਾਂਦੇ ਹਾਂ। ਇਹ ਪਾਉਣ ਦੇ ਸ਼ਬਦ ਹੈ ਨਹੀਂ, ਕਿਉਂਕਿ ਪਾਉਣ ਦੇ ਜਿਹੜੇ ਸ਼ਬਦ ਆ ਉਹ ਟਕਰਾਅ ਦੇ ਨਾਲ ਹੁੰਦਾ ਆ। ਕੋਈ ਦੋ ਆਬਜੈਕਟ ਟਕਰਾਉਂਦੇ ਆ, ਜਾਂ ਸਾਡੀ ਜਿਹੜੀ ਭਾਸ਼ਾ ਹੈ ਪੌਣ ਪਾਣੀ ਵਸੰਤਰ ਤੋਂ ਪ੍ਰਗਟ ਹੁੰਦੀ ਆ। ਜਿਹੜੇ ਅਨਹਦ ਸ਼ਬਦ ਆ ਇਹ ਪੌਣ ਪਾਣੀ ਵਸੰਤਰ ਤੋਂ ਉੱਪਰ ਆ, ਇਹ ਟਕਰਾਅ ਨਾਲ ਨਹੀਂ ਚੱਲਦੇ। ਹੁਣ ਕਈਆਂ ਨੂੰ ਨਹੀਂ ਭੇਦ ਇਸ ਗੱਲ ਦਾ, ਉਹ ਵੱਖ-ਵੱਖ ਤਰੀਕੇ ਨਾਲ ਸਮਝਾਏ ਜਾਂਦੇ ਆ, ਅਤੇ ਕਈਆਂ ਨੇ ਸੰਗਤ ਕੀਤੀ ਹੁੰਦੀ ਪੂਰੀ, ਕਈਆਂ ਨੇ ਸੰਗਤ ਥੋੜ੍ਹੀ ਕੀਤੀ ਹੁੰਦੀ ਹੈ, ਕਈਆਂ ਦਾ ਪ੍ਰੈਕਟੀਕਲ ਘੱਟ ਹੁੰਦਾ ਆ, ਕਈਆਂ ਦਾ ਜ਼ਿਆਦਾ ਹੁੰਦਾ ਆ। ਉਹ ਫਿਰ ਵੱਖ-ਵੱਖ ਹਿਸਾਬ ਨਾਲ ਹਰੇਕ ਦੱਸ ਰਿਹਾ ਹੁੰਦਾ। ਕਈ ਕਥਾਕਾਰ ਕਥਾ ਐਸੀ ਸੁਣਾਉਂਦੇ ਹੁੰਦੇ ਸੀ ਕਿ 3 ਅੰਨ੍ਹੇ ਸਨ, ਅਤੇ ਉਹਨਾਂ ਨੂੰ ਹਾਥੀ ਕੋਲ ਲੈ ਕੇ ਗਏ ਅਤੇ ਕਹਿੰਦੇ ਦੱਸੋ ਕਿ ਹਾਥੀ ਕਿਵੇਂ ਦਾ ਆ। ਉਹਨਾਂ ਨੇ ਹਾਥੀ ਕਦੇ ਅੱਗੇ ਦੇਖਿਆ ਨਹੀਂ ਸੀ, ਅੰਨ੍ਹੇ ਸੀਗੇ। ਅਤੇ ਇੱਕ ਨੇ ਹਾਥੀ ਦੀ ਪੂਛ ਫੜ ਲਈ, ਉਹ ਕਵੇ ਕਿ ਇਹ ਤਾਂ ਰੱਸੀ ਵਰਗਾ ਹੈ। ਇੱਕ ਨੇ ਉਹਦਾ ਕੰਨ ਫੜ ਲਿਆ, ਕਹਿੰਦਾ ਕਿ ਇਹ ਤਾਂ ਪੱਖੇ ਵਾਂਗ ਹੈ, ਜਿਹੜਾ ਪੱਖਾ ਝੁਲਾਈਦਾ ਹੁੰਦਾ। ਇੱਕ ਨੇ ਉਹਦੀ ਲੱਤ ਨੂੰ ਜੱਫੀ ਪਾ ਲਈ, ਕਹਿੰਦਾ ਕਿ ਇਹ ਹਾਥੀ ਦੇ ਜਿਹੜਾ ਆ ਇਹ ਤਾਂ ਦਰੱਖਤ ਵਰਗਾ ਆ। ਇਵੇਂ ਜਦੋਂ ਅਸੀਂ ਕਥਾ ਸੁਣਦੇ ਹਾਂ, ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਅਤੇ ਜਿਸ ਪੁਆਇੰਟ 'ਤੇ ਕਿਸੇ ਦੀ ਅਵਸਥਾ ਹੁੰਦੀ ਹੈ, ਜੇ ਜਿੰਨੀ ਕੁ ਕਿਸੇ ਨੂੰ ਸਮਝ ਆਉਂਦੀ ਆ, ਉਨੀ ਕੁ ਸਮਝ ਲੈ ਕੇ, ਵਿਚਾਰ ਲੈ ਕੇ ਫਿਰ ਅਗਾਂਹ ਸਾਰੇ ਵੱਧ ਜਾਂਦੇ ਆ। ਪਰ ਆਪਣਾ ਪ੍ਰੈਕਟੀਕਲ ਕਰਨਾ ਜ਼ਰੂਰੀ ਹੁੰਦਾ ਸਾਨੂੰ, ਕਿ ਅਸੀਂ ਅਭਿਆਸ ਕਰਕੇ ਪੂਰੀ ਗੱਲ ਸਮਝੀਏ, ਫਿਰ ਸਾਨੂੰ ਅਗਲੇ ਨੂੰ ਦੱਸਣਾ ਸੌਖਾ ਹੁੰਦਾ ਹੈ। ਹੁਣ ਜਿਹੜੀ ਅਵਸਥਾ ਹੁੰਦੀ ਹੈ ਅਧਿਆਤਮਕ, ਅਖੀਰਲੀ ਸਟੇਜ ਤਾਂ ਇਹੀ ਹੁੰਦੀ ਹੈ ਕਿ ਸਾਡੀ ਜੋਤ ਪਰਮਾਤਮਾ ਦੇ ਵਿੱਚ ਮਿਲ ਜਾਏ,
ਅਤੇ ਅਸੀਂ ਉਸ ਮਾਲਕ ਵਿੱਚ ਭੇਦ ਹੋ ਜਾਈਏ, ਅਤੇ ਫਿਰ ਅਸੀਂ ਜਦੋਂ ਇਸ ਤਰੀਕੇ ਨਾਲ ਜੀਂਦੇ ਜੀ ਆਪਣੇ ਮਨ ਨੂੰ ਪਰਮਾਤਮਾ ਵਿੱਚ ਭੇਦ ਕਰ ਲੈਂਦੇ ਹਾਂ ਅਤੇ ਅਸੀਂ ਜੀਵਨ ਮੁਕਤ ਹੋ ਜਾਂਦੇ ਹਾਂ। ਉਸ ਅਵਸਥਾ ਨੂੰ ਹਾਸਲ ਕਰਨਾ ਸਾਡੀ ਜਿਹੜੇ ਅਧਿਆਤਮਕ ਰਸਤੇ 'ਤੇ ਆਖਰੀ ਮੰਜ਼ਿਲ ਆ, ਅਤੇ ਕੋਈ ਵਿਰਲਾ ਹੀ ਵਿਰਲਾ ਉਸ ਅਵਸਥਾ 'ਤੇ ਪਹੁੰਚਿਆ ਹੁੰਦਾ ਹੈ। ਜਦੋਂ ਐਸੇ ਗੁਰਮੁਖਾਂ ਨੂੰ ਅਸੀਂ ਸੁਣਦੇ ਹਾਂ ਅਤੇ ਸਾਨੂੰ ਭੇਦ ਦੇ ਦਿੰਦੇ, ਫਿਰ ਸਾਡੀ ਸਮਝ 'ਤੇ ਮਨਸਰ ਆ, ਸਾਡਾ ਅਭਿਆਸ 'ਤੇ ਮਨਸਰ ਹੈ ਕਿ ਕਿੰਨਾ ਕੁ ਸਾਨੂੰ ਸਮਝ ਲੱਗੀ, ਕਿੰਨਾ ਕੁ ਸਾਨੂੰ ਗਿਆਨ ਹੋਇਆ ਅਤੇ ਕਿਵੇਂ ਅਸੀਂ ਉਸ ਨੂੰ ਇੰਟਰਪ੍ਰੀਟ ਕੀਤਾ। ਅਤੇ ਜਦੋਂ ਅਸੀਂ ਅਭਿਆਸ ਕਰਦੇ ਹਾਂ ਸਾਨੂੰ ਫਿਰ ਭੇਦ ਮਿਲਦਾ ਹੈ। ਜੇਕਰ ਅਸੀਂ ਬੀਂਡੇ ਵੱਜਦੇ ਇੱਦਾਂ ਸੁਣਦੇ ਹਾਂ, ਚਿੜੀਆਂ ਚੁਗਦੀਆਂ ਆਵਾਜ਼ਾਂ ਆਉਂਦੀਆਂ ਸਾਨੂੰ, ਜਿਉਂ-ਜਿਉਂ ਅਸੀਂ ਇਹਨਾਂ ਵਿੱਚ ਧਿਆਨ ਲਾਉਂਦੇ ਹਾਂ ਅਤੇ ਪਾਉਣ ਤੋਂ ਅਤੀਤ ਹੁੰਦੇ ਜਾਂਦੇ ਹਾਂ, ਅਤੇ ਸਾਨੂੰ ਇਹ ਬੜੇ ਸਾਫ਼ ਇਹੀ ਸ਼ਬਦ ਸੁਣਦੇ ਆ ਸੰਗੀਤਕ ਧੁਨਾਂ ਦੇ ਰੂਪ ਦੇ ਵਿੱਚ, ਜਿਵੇਂ ਢੋਲਕੀ ਦੀ ਗੱਲ ਕੀਤੀ, ਚਵਰ ਦੀ ਗੱਲ ਕੀਤੀ, ਸੰਖ ਦੀ ਗੱਲ ਕੀਤੀ। ਕਈ ਹੁਣ ਜਿਨ੍ਹਾਂ ਨੂੰ ਨਹੀਂ ਭੇਦ, ਕਈ ਕਹਿ ਦਿੰਦੇ ਆ ਹੁਣ ਕਿ ਜੀ ਸ਼ਾਇਦ ਕੰਨ ਹੀ ਖਰਾਬ ਹੋ ਗਏ, ਕਈ ਕਹਿ ਦਿੰਦੇ ਇਹ ਕੰਨਾਂ ਦੀ ਖੁਸ਼ਕੀ ਦੀ ਆਵਾਜ਼ ਹੈ। ਇਹ ਕੰਨਾਂ ਦੀ ਖੁਸ਼ਕੀ ਦੀ ਆਵਾਜ਼ ਨਹੀਂ, ਨਾ ਹੀ ਇਹ ਪਾਉਣ ਦੇ ਸ਼ਬਦ ਆ, ਇਹ ਹੈ ਅਨਹਦ ਸ਼ਬਦ। ਸਿਰਫ ਅਸੀਂ ਅਭਿਆਸ ਕਰਕੇ ਇਹਨਾਂ ਨੂੰ ਪਕੜਨਾ ਹੁੰਦਾ। ਕਈ ਜਿਹੜੇ ਅਭਿਆਸ ਕਰਦੇ ਆ, ਅਤੇ ਕਈ ਐਸੇ ਵੀ ਜੀਵ ਹੈ ਸੰਸਾਰ ਵਿੱਚ ਜਿਨ੍ਹਾਂ ਦਾ ਮਨ ਉਂਝ ਸ਼ਾਂਤ ਹੈ ਅਤੇ ਉਹਨਾਂ ਨੂੰ ਸੁਣਦੇ ਆ, ਪਰ ਜਿਹੜੇ ਵੀ ਗੁਰਮੁਖ ਸ਼ਬਦਾਂ ਨੂੰ ਸੁਣਦੇ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਵੀ ਫਿਰ ਸਾਨੂੰ ਨੀਂਦ ਆ ਜਾਏ। ਅਸੀਂ ਇੰਨਾ ਕੁ ਕੇਅਰਫੁਲ ਰਹਿਣਾ ਆ ਕਿ ਇਹ ਨਾ ਹੋਵੇ ਕਿ ਸਾਡੀ ਜਿਹੜੀ ਨੀਂਦ ਹੈ ਉੱਡ ਜਾਏ, ਕਿ ਨੀਂਦ ਆਉਣੋਂ ਹਟ ਗਏ। ਫਿਰ ਜਿਹੜਾ ਦਿਮਾਗ ਆ ਉੱਧਰਲੇ ਪਾਸੇ ਸ਼ਬਦ ਵੀ ਸੁਣਨਗੇ ਅਤੇ ਦੂਜੇ ਪਾਸੇ ਸਾਨੂੰ ਵਿਚਾਰ ਵੀ ਆਈ ਜਾਣਗੇ, ਅਤੇ ਫਿਰ ਸਾਡਾ ਜਿਹੜਾ ਦਿਮਾਗ ਆ ਬੋਝ ਮੰਨਦਾ ਆ, ਅਤੇ ਨੀਂਦ ਜੇ ਉੱਡ ਜਾਏ ਤਾਂ ਫਿਰ ਸਾਡਾ ਸੰਤੁਲਨ ਜਿਹੜਾ ਵਿਗੜ ਸਕਦਾ। ਹੁਣ ਇਹ ਜਿਹੜੀਆਂ ਆਵਾਜ਼ਾਂ ਆ ਇਹ ਪ੍ਰੈਜੈਂਟ ਮੂਮੈਂਟ ਦੇ ਵਿੱਚ ਅਸੀਂ ਸੁਣਦੇ ਹਾਂ। ਇੱਕ ਵਾਰੀ ਇੱਕ ਗੁਰਮੁਖ ਨੇ ਸਟੇਜ 'ਤੇ, ਉਹਨੂੰ ਨਹੀਂ ਭੇਦ ਸੀ, ਉਹ ਕਹਿੰਦਾ ਕਿ ਉਹਦੇ ਕੋਲ ਕੋਈ ਆਇਆ ਗੁਰਮੁਖ, ਉਹਨੇ ਕਿਹਾ ਕਿ ਮੈਨੂੰ ਇੱਦਾਂ ਅੰਦਰੋਂ ਆਵਾਜ਼ਾਂ ਆਉਂਦੀਆਂ, ਚਿੜੀਆਂ ਚੁੱਕਦੀਆਂ ਇੱਦਾਂ, ਅਤੇ ਉਹ ਗੁਰਮੁਖ ਗੁਰਦੁਆਰਾ ਸਾਹਿਬ ਇੱਥੇ ਲਾਈਵ ਚੱਲ ਰਿਹਾ ਸੀ ਕਥਾ, ਅਤੇ ਉਹ ਕਹਿੰਦਾ ਕਿ ਮੈਂ ਉਹਨੂੰ ਸਮਝਾਇਆ ਜੀ ਕਿ ਇਹ ਤਾਂ ਪਿਛਲੇ ਜਨਮਾਂ ਦੀਆਂ ਆਵਾਜ਼ਾਂ ਆ, ਕਿ ਮੱਝ ਦੀ ਆਵਾਜ਼, ਚਿੜੀਆਂ ਦੀਆਂ ਆਵਾਜ਼ਾਂ, ਕਹਿੰਦਾ ਪਿਛਲੇ ਜਨਮਾਂ ਦੀਆਂ। ਇੱਥੋਂ ਸਾਨੂੰ ਸੁਣਨ ਸਾਰ ਹੀ ਪਤਾ ਲੱਗ ਜਾਂਦਾ ਆ ਕਿ ਜਿਹੜਾ ਗੁਰਮੁਖ ਐਸਾ ਕਹਿੰਦਾ ਉਹਨੂੰ ਭੇਦ ਨਹੀਂ ਹੈ। ਜੇ ਤੁਸੀਂ ਪ੍ਰੈਕਟੀਕਲ ਕੀਤਾ ਹੋਵੇ ਤਾਂ ਤੁਹਾਨੂੰ ਇਹੀ ਗੱਲ ਸੁਣ ਕੇ ਪਤਾ ਲੱਗ ਜਾਂਦਾ ਕਿ ਉਹ ਗੁਰਮੁਖ ਦੀ ਅਵਸਥਾ ਕੀ ਹੈ। ਅਤੇ ਅਸਲ ਵਿੱਚ ਉਹ ਜਾਣਦੇ ਨਹੀਂ ਕਿ ਇਹ ਆਵਾਜ਼ਾਂ ਜਿਹੜੀਆਂ ਇਹ ਪਿਛਲੇ ਜਨਮਾਂ ਦੀਆਂ ਨਹੀਂ, ਇਹ ਸਾਡੇ ਪ੍ਰੈਜੈਂਟ ਮੂਮੈਂਟ ਦੀ ਆਵਾਜ਼ ਹੈ। ਅਤੇ ਮੱਝ ਗਾਂ ਦੀ ਆਵਾਜ਼ ਨਹੀਂ ਅੰਦਰੋਂ ਆ ਰਹੀ, ਇਹ ਅਸਲ ਵਿੱਚ ਚਿੜੀਆਂ ਦੀ ਵੀ ਨਹੀਂ ਆਵਾਜ਼ ਆ ਰਹੀ ਜਾਂ ਬੀਂਡੀਆਂ ਦੀ ਵੀ ਨਹੀਂ ਆ ਰਹੀ, ਇਹ ਹੈ ਅਨਹਦ ਸ਼ਬਦ, ਪਰ ਸਿਰਫ ਸਾਡਾ ਮਨ ਪਾਉਣ ਦੇ ਵਿੱਚ ਮਿਲਿਆ ਹੁੰਦਾ ਆ, ਅਤੇ ਸਾਨੂੰ ਪੂਰੀ ਤਰ੍ਹਾਂ ਇਕਾਗਰ ਨਾ ਹੋਇਆ ਮਨ ਪੂਰੀ ਤਰ੍ਹਾਂ ਪਾਉਣ ਤੋਂ ਅਤੀਤ ਨਹੀਂ ਹੋਇਆ, ਅਤੇ ਫਿਰ ਤਾਂ ਇਸ ਤਰੀਕੇ ਨਾਲ ਸਾਨੂੰ ਸੁਣਨੀਆਂ ਆਵਾਜ਼ਾਂ। ਜਿਉਂ-ਜਿਉਂ ਅਸੀਂ ਪਾਉਣ ਤੋਂ ਵੱਖ ਹੁੰਦੇ ਜਾਂਦੇ ਹਾਂ ਅਭਿਆਸ ਕਰਦੇ ਕਰਦੇ, ਫਿਰ ਐਨ ਸਾਫ਼ ਆਵਾਜ਼ ਸੁਣਦੀਆਂ, ਆਵਾਜ਼ ਸੰਗੀਤਕ ਧੁਨਾਂ ਦੇ ਰੂਪ ਦੇ ਵਿੱਚ। ਅਤੇ ਫਿਰ ਮਹਾਰਾਜ ਨੇ ਦੱਸਿਆ ਹੋਇਆ ਕਿ ਜਿਵੇਂ ਇੱਥੇ ਗੱਲ ਕੀਤੀ ਸੀਗੀ ਕਿ ਢੋਲਕੀ ਦੀ ਆਵਾਜ਼ ਆ, ਚਵਰ ਦੀ ਆਵਾਜ਼ ਆ, ਸੰਖ ਦੀ ਆ, ਬੱਦਲ ਗਰਜਦੇ ਆ, ਪਰਮਾਤਮਾ ਆਪ ਗੱਜਦਾ ਆ, ਇਹ 5 ਸ਼ਬਦ ਨੇ। ਫਿਰ ਜਿਸ ਅਵਸਥਾ 'ਤੇ ਜਾ ਕੇ ਮਨ ਨੇ ਟਿਕਾਊ ਕੀਤਾ, ਜੇ ਹੋਰ ਗਹਿਰਾਈ, ਹੋਰ ਸਹਿਜ ਵਿੱਚ ਚਲੇ ਜਾਂਦਾ ਹੈ, ਅਤੇ ਉਸ ਪੁਆਇੰਟ 'ਤੇ ਪਹੁੰਚ ਜਾਂਦਾ ਹੈ ਜਿੱਥੇ ਮਨ ਜਾ ਕੇ ਪਰਮਾਤਮਾ ਅੱਗੇ ਖੁਸ਼ੀ ਦੇ ਵਿੱਚ ਨੱਚਦਾ ਆ। ਫਿਰ ਮਹਾਰਾਜ ਨੇ ਉੱਥੇ ਹੋਰ ਸ਼ਬਦ ਦੱਸੇ ਹੋਏ ਆ, ਜਿਹਨੂੰ ਮਹਾਰਾਜ ਕਹਿੰਦੇ ਆ, ਕਰ ਕਰ ਤਾਲ ਪਖਾਵਜ ਨੈਨੋ, ਮਾਥੈ ਵਜੇ ਰਬਾਬਾ, ਕਰਨੋ ਮਦ ਬਾਸਰੀ ਬਾਜੈ, ਜੇਵਾ ਧੁਨ ਅਗਾਜਾ। ਮਹਾਰਾਜ ਦੱਸਦੇ ਨੇ, ਕਹਿੰਦੇ ਕਿ ਸਾਡੇ ਨੈਣ ਜਿਹੜੇ ਆ, ਅੱਖਾਂ, ਇਹ ਫਰਕਣ ਲੱਗ ਪੈਂਦੀਆਂ ਆ। ਕਈ ਵਾਰੀ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਮਹਿਸੂਸ ਹੋਊਗਾ ਕਿ ਅੱਖਾਂ ਹਿੱਲੀ ਜਾਂਦੀਆਂ ਬੜੀ ਤੇਜ਼ ਤੇਜ਼,
ਤੇ ਉਹਦੇ ਨਾਲ ਤਬਲੇ ਦੀ ਆਵਾਜ਼ ਆਉਂਦੀ ਹੈ, ਕਰ ਕਰ ਤਾਲ ਪਖਾਵਜ ਨੈਨੋ ਮਾਥੈ ਵਜੇ ਰਬਾਬਾ। ਤੇ ਜਿੱਥੇ ਪਹਿਲਾਂ ਗੱਲ ਕੀਤੀ ਸੀ ਕਿ ਮਸਤਕ ਤੇ ਪਦਮ ਆ, ਉਹਦੇ ਦੁਆਲੇ ਮਨੀ ਆ, ਜਦੋਂ ਅਸੀਂ ਹੋਰ ਸਹਿਜ ਵਿੱਚ ਚਲੇ ਜਾਂਦੇ ਹਾਂ ਤੇ ਮਨ ਉਸ ਖੁਸ਼ੀ ਦੇ ਵਿੱਚ ਆ ਕੇ, ਆਨੰਦ ਵਿੱਚ ਆ ਕੇ ਪ੍ਰਮਾਤਮਾ ਦੇ ਅੱਗੇ ਨੱਚਦਾ ਹੈ। ਤੇ ਫਿਰ ਮਹਾਰਾਜ ਕਹਿੰਦੇ ਉੱਥੇ ਰਬਾਬ ਚੱਲਦੀ ਹੈ ਮੱਥੇ 'ਤੇ, ਕਰ ਕਰ ਤਾਲ ਪਖਾਵਜ ਨੈਨੋ ਮਾਥੈ ਵਜੇ ਰਬਾਬਾ, ਕਰਨੋ ਮਦ ਬਾਸਰੀ ਬਾਜੈ ਜੀਵਾ ਧੁਨ ਅਗਾਜਾ। ਕਹਿੰਦੇ ਕਿ ਸਾਡੇ ਕੰਨਾਂ ਦੇ ਵਿੱਚ ਬਾਂਸਰੀ ਦੀ ਆਵਾਜ਼ ਆ ਰਹੀ ਹੈ ਅਤੇ ਰਸਨਾ ਦੁਆਰਾ ਵੀ ਅਸੀਂ ਉਸ ਮਾਲਕ ਦੇ ਜਿਹੜਾ ਨਾਮ ਜਪ ਰਹੇ ਹਾਂ। ਨਿਰਤ ਕਰੇ ਕਰ ਮਨੁਆ ਨਾਚੈ ਆਣੇ ਘੁੰਗਰ ਸਾਜਾ। ਕਹਿੰਦੇ ਕਿ ਮਨ ਫਿਰ ਨਿਰਤ ਕਰਦਾ, ਨੱਚਦਾ ਹੈ ਪਰਮਾਤਮਾ ਦੇ ਅੱਗੇ। ਅਤੇ ਘੁੰਗਰੂਆਂ ਦੀ ਆਵਾਜ਼ ਗੱਲ ਕੀਤੀ ਹੈ ਕਿ ਘੁੰਗਰੂ ਜਿਹੜੇ ਆ ਉਹ ਵੀ ਨਾਲ ਵੱਜ ਰਹੇ। ਹੁਣ ਇਹ ਡਿਪੈਂਡ ਕਰਦਾ ਕਿ ਕਿੰਨੇ ਸਹਿਜ ਵਿੱਚ ਅਸੀਂ ਜਾਂਦੇ ਹਾਂ। ਮਹਾਰਾਜ ਦੱਸਦੇ ਆ ਕਿ ਵਾਜੇ ਸ਼ਬਦ ਘਨੇਰੇ, ਕਿ ਬਹੁਤ ਗਿਣਤੀ ਦੇ ਵਿੱਚ ਆਵਾਜ਼ ਜਿਹੜੇ ਅਨਹਦ ਸ਼ਬਦ ਚੱਲਦੇ ਨੇ, ਉਹਨਾਂ ਦਾ ਕੋਈ ਗਿਣਤੀ ਨਹੀਂ ਫਿਰ ਕੀਤੀ ਹੋਈ। ਮਹਾਰਾਜ ਨੇ ਦੱਸਿਆ ਘਨੇਰੇ ਸ਼ਬਦ ਚੱਲਦੇ ਆ। ਫਿਰ ਅਸੀਂ ਜਦੋਂ ਸੁਣੀ ਜਾਂਦੇ ਆ, ਮਹਾਰਾਜ ਕਹਿੰਦੇ ਆ ਉਹਨੂੰ ਅਨਹਦ ਬਾਣੀ ਕਹਿ ਦਿੱਤਾ ਜਦੋਂ ਬਹੁਤ ਸ਼ੋਰ ਪੈਂਦਾ ਆ ਅਨਹਦ ਸ਼ਬਦਾਂ ਦਾ, ਕਿ ਬਹੁਤ ਜ਼ਿਆਦਾ ਸਾਨੂੰ ਆਵਾਜ਼ ਸੁਣ ਰਹੀ ਆ, ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕਿਹੜੀ ਆਵਾਜ਼ ਚੱਲ ਰਹੀ ਆ। ਜਦੋਂ ਅਸੀਂ ਬੜੇ ਸਹਿਜ ਵਿੱਚ ਚਲੇ ਜਾਂਦੇ, ਫਿਰ ਮਹਾਰਾਜ ਕਹਿੰਦੇ ਉਸ ਅਨਹਦ ਬਾਣੀ ਦੇ ਵਿੱਚੋਂ ਨਾਦ ਪ੍ਰਗਟ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਅਨਹਦ ਬਾਣੀ ਨਾਦ ਵਜਾਇਆ। ਜਦੋਂ ਉਸ ਦੇ ਵਿੱਚੋਂ ਨਾਦ ਵੱਜਦਾ ਆ ਅਤੇ ਫਿਰ ਸਾਡਾ ਜਿਹੜਾ ਮਨ ਆ ਬਹੁਤ ਸੁਖੈਨ ਉਸ ਸ਼ਬਦ ਦੇ ਵਿੱਚ ਸਮਾ ਜਾਂਦਾ ਹੈ, ਨਾਦ ਵਿੱਚ, ਅਤੇ ਪ੍ਰਮਾਤਮਾ ਦੇ ਸਨਮੁਖ ਹੋਣ ਦੇ ਵਿੱਚ ਬਹੁਤ ਦੇਰ ਨਹੀਂ ਲੱਗਦੀ। ਮਹਾਰਾਜ ਨੇ ਹੁਣ ਗੁਰਬਾਣੀ ਦੇ ਵਿੱਚ ਤਾਂ ਸਾਨੂੰ ਇਹ ਭੇਦ ਸਾਰਾ ਦੇ ਦਿੱਤਾ ਹੈ, ਪ੍ਰੈਕਟੀਕਲ ਆ। ਜਿਨ੍ਹਾਂ ਨੇ ਮਿਹਨਤ ਕੀਤੀ, ਜਿਨ੍ਹਾਂ ਨੇ ਖੋਜ ਕੀਤੀ ਆਪਣੇ ਸਰੀਰ ਦੀ, ਗੁਰਬਾਣੀ ਦੀ, ਉਹ ਫਿਰ ਸੰਸਾਰ ਨੂੰ ਭੇਦ ਦਿੰਦੇ ਆ। ਸੰਗਤ ਐਸੇ ਗੁਰਮੁਖਾਂ ਦੀ ਕਰਨੀ ਹੁੰਦੀ ਹੈ। ਸੰਤ ਜਨ, ਭਗਤ ਜਨ, ਗੁਰਮੁਖ, ਬ੍ਰਹਮ ਗਿਆਨੀ, ਇਹਨਾਂ ਦੀ ਸਾਰਿਆਂ ਦੀ ਡਿਊਟੀ ਇਹੀ ਹੁੰਦੀ ਹੈ ਕਿ ਹਰੇਕ ਨੂੰ ਇਸ ਪਾਸੇ ਲਾਉਣਾ ਭਗਤੀ ਵੱਲ ਨੂੰ, ਜੋ ਸੱਚਾ ਮਾਰਗ ਆ। ਮਹਾਰਾਜ ਕਹਿੰਦੇ ਆ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਕਿ ਜਿਹੜਾ ਸੱਚੇ ਮਾਰਗ 'ਤੇ ਚੱਲਦਾ ਆ ਆਪ, ਜਿਹਦੇ ਅੰਦਰ ਸੱਚ ਪ੍ਰਮਾਤਮਾ ਵਸ ਗਿਆ, ਸੱਚ ਪ੍ਰਮਾਤਮਾ ਨੂੰ ਕਿਹਾ ਆ, ਮਾਇਆ ਜਿਹੜੀ ਆ ਉਹ ਝੂਠੀ ਆ। ਅਤੇ ਕਹਿੰਦੇ ਕਿ ਜਿਹੜੇ ਅੰਦਰ ਸੱਚ ਨੂੰ ਵਸਾ ਲਿਆ, ਉਹ ਮੁਖ ਤੋਂ ਵੀ ਸੱਚ ਦੇ ਬਚਨ ਫਿਰ ਕਰਦਾ ਹੈ, ਅਤੇ ਉਹ ਆਪ ਹਰੀ ਦੇ ਮਾਰਗ 'ਤੇ ਚੱਲਦਾ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਦਾ ਕਿ ਐਸੇ ਮਾਰਗ 'ਤੇ ਚੱਲੋ। ਹੁਣ ਜਿਹੜਾ ਜਗਿਆਸੂ ਹੁੰਦਾ ਆ ਸੰਸਾਰ ਵਿੱਚ, ਉਹ ਤਾਂ ਚਾਹੁੰਦਾ ਹੁੰਦਾ ਕਿ ਮੈਨੂੰ ਕੋਈ ਇਹ ਮਾਰਗ ਦੱਸੇ। ਜਿਹੜਾ ਜਗਿਆਸੂ ਆ ਉਹਦੇ ਅੰਦਰ ਤੜਫ ਹੁੰਦੀ ਹੈ ਕਿ ਪ੍ਰਮਾਤਮਾ ਨਾਲ ਮਿਲਾਪ ਹੋਵੇ। ਤੜਫ ਉਹਦੇ ਅੰਦਰ ਜਿਉਂ-ਜਿਉਂ ਵੱਧਦੀ ਹੈ ਅਤੇ ਫਿਰ ਉਹ ਬੇਨਤੀਆਂ ਉਹਦੇ ਅੰਦਰ ਐਸੀਆਂ ਹੁੰਦੀਆਂ ਕਿ ਕੋਈ ਸੰਤ ਮਿਲੇ ਮੈਨੂੰ, ਜਿਹੜਾ ਮੈਨੂੰ ਇਹ ਰਾਹ ਦੱਸੇ। ਜਿਵੇਂ ਗੁਰਬਾਣੀ ਵਿੱਚ ਫਿਰ ਸਾਨੂੰ ਕਈ ਸ਼ਬਦਾਂ ਰਾਹੀਂ ਸਮਝਾਇਆ ਹੋਇਆ। ਮਹਾਰਾਜ ਕਹਿੰਦੇ ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਹਿ ਮਾਰਗ ਦੇ ਬਤਾਈ ਰਹਾਓ। ਮਹਾਰਾਜ ਨੇ ਦੱਸਿਆ ਹੋਇਆ, ਕਹਿੰਦੇ ਕਿ ਕਿਵੇਂ ਅਸੀਂ ਇਸ ਮਾਰਗ 'ਤੇ ਜਾ ਕੇ ਪ੍ਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਕੋਈ ਸੰਤ ਮਿਲ ਜਾਏ ਜਿਹੜਾ ਸਹਿਜ ਵਿੱਚ ਵਸਦਾ ਹੋਵੇ, ਉਹ ਮੈਨੂੰ ਮਾਰਗ ਦੱਸ ਦੇ। ਫਿਰ ਕਹਿੰਦੇ ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹੋਂ ਮੈਂ ਪਾਈ, ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਿਹੋ ਕਿਉਂ ਜਾਈ। ਉਹ ਮਾਲਕ ਸਾਡੇ ਅੰਦਰ ਆ, ਉਹਦੇ ਅਤੇ ਸਾਡੇ ਦਰਮਿਆਨ ਪੜਦਾ ਹੈ ਹਉਮੈ ਦਾ। ਅਤੇ ਮਹਾਰਾਜ ਦੱਸਦੇ ਨੇ, ਕਹਿੰਦੇ ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਿਹੋ ਕਿਉਂ ਜਾਏ। ਕਿ ਸਾਰਾ ਜਗਤ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਸੌਂ ਗਿਆ, ਇਹ ਹੁਣ ਭਰਮ ਦੇ ਵਿੱਚ ਪੈ ਗਿਆ, ਜਿਹਨੂੰ ਮਹਾਰਾਜ ਕਹਿੰਦੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਮੈਂ ਹਾਣੀ, ਕਿ ਭਰਮ ਵਿੱਚ ਪੈ ਕੇ ਸੌਂ ਗਏ ਹਾਂ ਅਸੀਂ। ਇਹ ਹੁਣ ਭਰਮ ਕਿਵੇਂ ਜਾਏ। ਸੰਤਾਂ ਨੇ ਇਹ ਭਰਮ ਜਿਹੜਾ ਦੂਰ ਕਰਨਾ ਹੁੰਦਾ, ਉਹਨਾਂ ਨੇ ਇਸ ਮਾਰਗ 'ਤੇ ਤੋਰਨਾ ਹੁੰਦਾ, ਅਤੇ ਇਸ ਮਾਰਗ 'ਤੇ ਤੁਰਦੇ ਹੋਏ ਤੁਹਾਨੂੰ ਸੇਧ ਦੇਣੀ ਹੁੰਦੀ ਹੈ ਕਿ ਕਿਵੇਂ ਉਸ ਮਾਲਕ ਨਾਲ ਮਿਲਾਪ ਹੋਵੇ। ਤਾਂ ਫਿਰ ਮਹਾਰਾਜ ਨੇ ਵਾਰ-ਵਾਰ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ ਕਿ ਸੰਤ, ਸਾਧੂ, ਭਗਤ
ਗੁਰਸਿੱਖ ਗੁਰਮੁਖ ਉਹਨਾਂ ਦੀ ਸੰਗਤ ਕਰਨੀ ਹੁੰਦੀ। ਮਹਾਰਾਜ ਫਿਰ ਦੱਸਦੇ ਨੇ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਕਿ ਕੋਈ ਸੰਤ ਜਨ ਆਵੇ ਜਿਹੜਾ ਪ੍ਰੀਤਮ ਨਾਲ ਮਿਲਾਪ ਕਰਨਾ ਮੈਨੂੰ ਦੱਸਦਾ ਹੈ, ਉਹ ਮਾਰਗ ਮੈਨੂੰ ਦੱਸਦਾ ਹੈ, ਸਮਝਾ ਦੇਵੇ। ਫਿਰ ਆ ਜਾਂਦਾ ਕਿ ਸਾਧੂ, ਕੋਈ ਸਾਧੂ ਹੀ ਮਿਲ ਜਾਏ। ਮਹਾਰਾਜ ਕਹਿੰਦੇ ਆ, ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੇ, ਪਵਿੱਤਰ ਪਰਮ ਪਦ ਪਾਏ। ਕਹਿੰਦੇ ਕੋਈ ਸਾਧੂ ਜਨ ਜਿਹੜਾ ਆ ਉਹੀ ਮਿਲਾ ਦਿਓ ਮੈਨੂੰ, ਕਿ ਉਹਦੇ ਦਰਸ਼ਨ ਕਰਨ ਦੇ ਨਾਲ ਮੇਰੇ ਜਿਹੜੇ ਪਾਪ ਆ ਉਹੀ ਨੱਠ ਜਾਣ। ਕਿਉਂਕਿ ਗੁਰਬਾਣੀ ਵਿੱਚ ਦੱਸਿਆ ਹੋਇਆ, ਜਿਹੜੇ ਗੁਰਮੁਖ ਜਾਣੇ ਆ, ਜੋ ਮਿਲਿਆ ਹਰ ਦੀਵਾਨ ਸੇ ਉਸ ਸਭਨੀ ਦੀਵਾਨੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਕਿ ਜਿਹੜੇ ਗੁਰਮੁਖ ਜਨ ਹੁੰਦੇ ਆ, ਹਰੀ ਨਾਲ ਮਿਲਾਪ ਜਿਨ੍ਹਾਂ ਨੇ ਕਰ ਲਿਆ, ਉਹਨਾਂ ਦੇ ਮੁੱਖ ਨੂੰ ਡਿੱਠ ਕੇ ਸਾਡੇ ਜਿਹੜੇ ਪਾਪ ਆ ਉਹ ਖੰਡਨ ਹੋ ਜਾਂਦੇ ਆ, ਅਤੇ ਸਾਡਾ ਮਨ ਜਿਹੜਾ ਪਵਿੱਤਰ ਹੋ ਜਾਂਦਾ ਹੈ। ਇੱਦਾਂ ਹੀ ਇੱਥੇ ਮਹਾਰਾਜ ਨੇ ਕਿਹਾ, ਦੇਖਤ ਦਰਸ ਪਾਪ ਸਭ ਨਾਸੇ, ਪਵਿੱਤਰ ਪਰਮ ਪਦ ਪਾਏ। ਕਿ ਸਾਨੂੰ ਪਾਪਾਂ ਤੋਂ ਰਹਿਤ ਸਿਰਫ ਸਾਧੂ ਦੇ ਦਰਸ਼ਨ ਕਰਨ ਵਾਲੇ ਮਹਾਰਾਜ ਕਿਰਪਾ ਕਰ ਦਿੰਦੇ ਆ। ਕਹਿੰਦੇ ਕਿ ਉਹ ਐਸੀ ਸਾਡੀ ਅਵਸਥਾ ਬਣ ਜਾਏ ਕਿ ਸਾਡਾ ਪਾਪ ਖੰਡਨ ਹੋ ਜਾਣ ਅਤੇ ਸਾਨੂੰ ਉਹ ਪਰਮ ਪਦ ਵੀ ਪ੍ਰਾਪਤ ਹੋ ਜਾਏ। ਤਾਂ ਫਿਰ ਮਹਾਰਾਜ ਨੇ ਕਿਹਾ, ਸਾਧੂ ਸੰਗਤ ਦਿਓ ਰਲਾਏ। ਕਿ ਸਾਧੂਆਂ ਦੀ ਜਿਹੜੀ ਸੰਗਤ ਆ ਉਹਦੇ ਵਿੱਚ ਸਾਨੂੰ ਰਲਾ ਲਓ। ਪੰਜ ਦੂਤ ਤੇ ਲਿਓ ਛਡਾਏ। ਸਾਧੂ ਜਨ ਫਿਰ ਨਾਮ ਜਪਾਉਂਦੇ ਆ, ਪੰਜਾਂ ਦੂਤਾਂ ਤੋਂ ਫਿਰ ਸਾਡਾ ਛੁਟਕਾਰਾ ਹੋ ਜਾਂਦਾ। ਮਹਾਰਾਜ ਕਹਿੰਦੇ, ਸਾਧੂ ਸੰਗਤ ਦਿਓ ਰਲਾਏ, ਪੰਜ ਦੂਤ ਤੇ ਲਿਓ ਛਡਾਏ, ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਕਹਿੰਦੇ ਮੈਨੂੰ ਆਪਣਾ ਬਣਾ ਲਓ, ਪ੍ਰਮਾਤਮਾ ਨੂੰ ਬੇਨਤੀ ਕਰ ਰਹੇ ਆ। ਫਿਰ ਸੰਤ ਹੋਵੇ, ਸਾਧੂ ਹੋਵੇ, ਫਿਰ ਮਹਾਰਾਜ ਨੇ ਕਿਹਾ ਕੋਈ ਭਗਤ ਮਿਲ ਜਾਏ। ਸਾਡੇ ਅੰਦਰ ਇੰਨੀ ਤੜਫ ਹੋਣੀ ਚਾਹੀਦੀ ਹੈ ਕਿ ਸਾਨੂੰ ਇਹ ਮਾਰਗ ਦਾ ਪਤਾ ਲੱਗ ਜਾਏ, ਭਗਤਾਂ ਦੀ, ਗੁਰਮੁਖਾਂ ਦੀ ਸੰਗਤ ਮਿਲੇ। ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ ਕਿ ਇੱਕ ਤਾਂ ਸੰਤਾਂ ਦਾ ਮਹਾਰਾਜ ਨੇ ਦੱਸ ਦਿੱਤਾ, ਫਿਰ ਮਹਾਰਾਜ ਨੇ ਦੱਸਿਆ ਹੋਇਆ ਭਗਤ ਜਨ, ਜੇ ਉਹਨਾਂ ਦੇ ਸਾਨੂੰ ਮਿਲਾਪ ਹੋ ਜਾਏ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਕਿ ਕੋਈ ਭਗਤ ਮਿਲਾ ਦਿਓ ਕਿ ਜਿਹੜਾ ਮਾਇਆ ਤੋਂ ਰਹਿਤ ਹੋਵੇ, ਉਹਦੇ ਰਾਹੀਂ ਮੇਰੇ ਮਨ 'ਚ ਵੀ ਅੰਮ੍ਰਿਤ ਨਾਮ ਜਿਹੜਾ ਆ ਉਹ ਵਸ ਜਾਏ ਅਤੇ ਮੈਨੂੰ ਅੰਮ੍ਰਿਤ ਦੀ ਅੰਦਰੋਂ ਪ੍ਰਾਪਤੀ ਹੋ ਜਾਏ। ਕਹਿੰਦੇ ਕਿ ਅਸੀਂ ਉਪਾਏ ਤਾਂ ਬਹੁਤ ਕਰ ਲਏ, ਪੜੇ ਰੇ ਸਗਲ ਵੇਦ ਨੇ ਚੁੱਕੈ ਮਨ ਭੇਦ, ਇੱਕ ਖਿਨ ਨਾ ਧੀਰੇ ਮੇਰੇ ਘਰ ਕੇ ਪੰਚਾ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ। ਕਿ ਵੇਦਾਂ ਨੂੰ ਵੀ ਪੜ੍ਹ ਕੇ ਦੇਖ ਲਿਆ, ਬਹੁਤ ਉਪਾਏ ਕਰ ਲਏ, ਪਰ ਜਿਹੜਾ ਪਰਮਾਤਮਾ ਤੋਂ ਵਿਛੋੜਾ ਆ ਇਹ ਦੂਰ ਨਹੀਂ ਹਜੇ ਹੋਇਆ। ਇਹ ਪੰਜ ਦੂਤ ਜਿਹੜੇ ਆ ਇਹ ਹਜੇ ਪਾਸੇ ਨਹੀਂ ਹਟੇ। ਅਤੇ ਜੇ ਕੋਈ ਭਗਤ ਜਨ ਮਿਲ ਜਾਏ ਤਾਂ ਮੈਨੂੰ ਉਹਦੀ ਸੰਗਤ ਕਰਕੇ ਅੰਮ੍ਰਿਤ ਮਿਲ ਜਾਏ, ਅੰਦਰੋਂ ਨਾਮ ਪ੍ਰਾਪਤ ਹੋ ਜਾਏ। ਜਗਿਆਸੂ ਜਨ ਜਿਹੜੇ ਆ ਉਹ ਬੇਨਤੀਆਂ ਕਰਦੇ ਨੇ। ਮਹਾਰਾਜ ਨੇ ਫਿਰ ਗੁਰਬਾਣੀ ਸਮਝਾ ਦਿੱਤਾ, ਕਹਿੰਦੇ ਐਸੇ ਭਗਤ ਮਿਲੇ ਜਨ ਨਾਨਕ, ਤਿੰਨ ਜੰਮ ਕਿਆ ਕਰੇ। ਜੇ ਇੱਦਾਂ ਦੇ ਭਗਤਾਂ ਦੇ ਫਿਰ ਸਾਨੂੰ ਸੰਗਤ ਮਿਲ ਜਾਏ ਤਾਂ ਕਹਿੰਦੇ ਫਿਰ ਜਿਹੜੇ ਜੰਮ ਆ ਉਹ ਕੀ ਸਾਨੂੰ ਕਰ ਸਕਦੇ, ਕਿਉਂਕਿ ਉਹ ਭਗਤਾਂ ਨੇ ਸਾਨੂੰ ਰਾਹ ਦੱਸ ਦੇਣਾ। ਭਗਤ ਜਨ, ਸੰਤ ਜਨ ਜਿਹੜੇ ਆ ਉਹ ਪਰਉਪਕਾਰ ਕਰਦੇ ਹੁੰਦੇ ਆ ਕਿ ਦੂਜਿਆਂ ਨੂੰ ਪਰਮਾਤਮਾ ਨੂੰ ਮਿਲਾ ਕੇ। ਸਾਧੂ ਜਨ ਜਿਹੜੇ ਆ, ਮਹਾਰਾਜ ਫਿਰ ਸਾਨੂੰ ਦੱਸਦੇ, ਕਹਿੰਦੇ ਸਾਧੂ ਸਾਧ ਸਰਨ ਮਿਲ ਸੰਗਤ, ਜੇ ਤਾਂ ਹਰ ਰਸ ਕਾਢ ਕਟੀਜੈ। ਕਿ ਸਾਧੂਆਂ ਦੀ ਸੰਗਤ ਮਿਲ ਗਈ ਅਤੇ ਮੈਨੂੰ ਹਰੀ ਦਾ ਰਸ ਜਿਹੜਾ ਆ ਉਹ ਪ੍ਰਾਪਤ ਹੋ ਗਿਆ। ਪਰਉਪਕਾਰ ਬੋਲੇ ਬਹੁ ਗੁਣੀਆਂ, ਮੁਖ ਸੰਤ ਭਗਤ ਹਰ ਦੀਜੈ। ਸੰਤ ਜਨ, ਭਗਤ ਜਨ, ਸਾਧੂ ਜਨ, ਇਹ ਸਾਰੇ ਪਰਉਪਕਾਰ ਦੇ ਬਚਨ ਬੋਲਦੇ ਆ, ਜਿਸ ਦੇ ਨਾਲ ਪਰਮਾਤਮਾ ਦੀ ਉਸਤਤ ਹੁੰਦੀ ਹੈ। ਪਰਮਾਤਮਾ ਦੀ ਉਸਤਤ ਸੁਣਾਉਂਦੇ ਆ ਅਤੇ ਫਿਰ ਸਾਡਾ ਜਿਹੜਾ ਮਨ ਆ ਉਸ ਹਰੀ ਨਾਲ ਮਿਲਾਪ ਕਰ ਲੈਂਦਾ। ਫਿਰ ਬ੍ਰਹਮ ਗਿਆਨੀ ਦੀ ਵੀ ਗੱਲ ਆਉਂਦੀ ਹੈ ਗੁਰਬਾਣੀ ਦੇ ਵਿੱਚ। ਮਹਾਰਾਜ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ
ਜੇ ਕਿਸੇ ਦੇ ਵੱਡੇ ਭਾਗ ਹੋਣ ਤਾਂ ਹੀ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਆ। ਮਹਾਰਾਜ ਨੇ ਦੱਸਿਆ ਹੋਇਆ ਬ੍ਰਹਮ ਗਿਆਨੀ ਕਾ ਦਰਸ ਵਡਭਾਗੀ ਪਾਈ ਹੈ, ਕਿ ਵੱਡੇ ਭਾਗਾਂ ਵਾਲਾ ਕੋਈ ਹੋਵੇ ਤਾਂ ਉਹਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਆ। ਅਤੇ ਵੱਡੇ ਵੱਡੇ ਦੇਵੀ ਦੇਵਤੇ ਵੀ ਉਸੇ ਬ੍ਰਹਮ ਗਿਆਨੀ ਦੀ ਖੋਜ ਕਰਦੇ ਆ। ਮਹਾਰਾਜ ਕਹਿੰਦੇ ਆ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਮਹੇਸ਼ਰ ਸ਼ਿਵ ਨੂੰ ਆਮ ਕਰਕੇ ਕਹਿੰਦੇ ਆ, ਅਤੇ ਕਹਿੰਦੇ ਕਿ ਉਹ ਵੀ ਬ੍ਰਹਮ ਗਿਆਨੀ ਦੀ ਖੋਜ ਕਰਦਾ। ਅਤੇ ਫਿਰ ਸਾਨੂੰ ਵੀ ਮਹਾਰਾਜ ਨੇ ਸਮਝਾ ਦਿੱਤਾ, ਕਹਿੰਦੇ ਕਿ ਜੇਕਰ ਫਰਜ਼ ਕੀਤਾ ਅਸੀਂ ਸੰਤ ਪਦ 'ਤੇ ਵੀ ਚੱਲੀਏ, ਜਿੱਥੇ ਅਨਹਦ ਸ਼ਬਦਾਂ ਤੱਕ ਪਹੁੰਚ ਗਏ, ਗਾਂ ਦਾ ਰਸਤਾ ਵੀ ਚਾਹੀਦਾ। ਕਹਿੰਦੇ ਕਿ ਉਸ ਵੇਲੇ ਵੀ ਕੋਸ਼ਿਸ਼ ਕਰੋ ਕਿ ਕੋਈ ਐਸਾ ਗੁਰਮੁਖ ਮਿਲੇ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਬੈਠਾ ਹੋਵੇ। ਮਹਾਰਾਜ ਕਹਿੰਦੇ ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਪੇ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਨੀ। ਕਿ ਐਸੇ ਗੁਰਮੁਖਾਂ ਦੀ ਸੰਗਤ ਜੇ ਮਿਲ ਜਾਏ ਤਾਂ ਪਰਮ ਪਦ ਵੀ ਪ੍ਰਾਪਤ ਹੋ ਜਾਂਦੀ ਹੈ। ਫਿਰ ਮਹਾਰਾਜ ਦੱਸਦੇ ਨੇ, ਕਹਿੰਦੇ ਕਿ ਗੁਰਮੁਖਾਂ ਦੀ ਸੰਗਤ, ਭਗਤਾਂ ਦੀ ਸੰਗਤ, ਸਾਧੂਆਂ ਦੀ, ਬ੍ਰਹਮ ਗਿਆਨੀ ਦੇ ਤਾਂ ਹੀ ਮਿਲਦੀ ਹੈ, ਉਹਨਾਂ ਦੇ ਦਰਸ਼ਨ ਤਾਂ ਹੀ ਮਿਲਦੇ ਆ ਜੇ ਸਾਡੇ ਪੂਰਬਲੇ ਕਰਮ ਜਿਹੜੇ ਆ ਚੰਗੇ ਹੋਣ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਿ ਜਦੋਂ ਸਾਡੇ ਪਿਛਲੇ ਭਾਗ ਜਾਗ ਪੈਣ, ਚੰਗੇ ਭਾਗ ਜਿਹੜੇ ਆ, ਅਤੇ ਸਾਨੂੰ ਐਸੇ ਬੈਰਾਗੀ ਪੁਰਖਾਂ ਦੇ ਦਰਸ਼ਨ ਹੁੰਦੇ ਆ। ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਿ ਜਦੋਂ ਫਿਰ ਐਸੇ ਵੈਰਾਗੀ ਪੁਰਖਾਂ ਦੇ ਦਰਸ਼ਨ ਹੁੰਦੇ ਅਤੇ ਕਹਿੰਦੇ ਉਹਨਾਂ ਦੇ ਸੰਗਤ ਕਰਕੇ ਸਾਡਾ ਜਿਹੜਾ ਹਨੇਰਾ ਆ ਸਾਡੇ ਅੰਦਰ ਉਹ ਮਿਟ ਜਾਂਦਾ। ਉਹਨਾਂ ਨਾਲ ਮਿਲ ਕੇ ਸਾਡੇ ਅੰਦਰੋਂ ਜਿਹੜਾ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ, ਅਤੇ ਜਨਮ ਜਨਮ ਮੰਤਰਾਂ ਦਾ ਸਾਡਾ ਸੁੱਤਾ ਹੋਇਆ ਮਨ ਜਿਹੜਾ ਹੈ ਉਹ ਜਾਗ ਪੈਂਦਾ। ਕਿਉਂਕਿ ਇਹਨਾਂ ਨੇ ਸਾਨੂੰ ਫਿਰ ਉਸ ਨਾਮ ਨਾਲ ਜੋੜਨਾ ਹੁੰਦਾ, ਸ਼ਬਦ ਨਾਲ ਜੋੜਨਾ ਹੁੰਦਾ, ਭੇਦ ਦੇਣਾ ਹੁੰਦਾ ਕਿ ਕਿਵੇਂ ਅਸੀਂ ਪਰਮਾਤਮਾ ਨਾਲ, ਮਾਲਕ ਨਾਲ ਮਿਲਾਪ ਕਰ ਸਕਦੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਧੁਨ ਉਪਜੈ ਸ਼ਬਦ ਜਗਾਇਆ। ਕਿ ਧੁਨ ਜਿਹੜੀ ਅੰਦਰੋਂ ਉਤਪੰਨ ਹੋ ਜਾਂਦੀ ਹੈ ਸ਼ਬਦ ਨਾਮ, ਅਤੇ ਸ਼ਬਦ ਦੁਆਰਾ ਫਿਰ ਸਾਡਾ ਮਨ ਜਿਹੜਾ ਜਾਗ ਪੈਂਦਾ ਹੈ। ਫਿਰ ਕਈਆਂ 'ਚ ਇੰਨੀ ਤੜਫ ਵੱਧ ਜਾਂਦੀ ਹੈ, ਉਹਨਾਂ ਨੂੰ ਕੋਈ ਕੇਅਰ ਨਹੀਂ, ਕੋਈ ਸੰਤ ਮਿਲੇ, ਸਾਧੂ ਮਿਲੇ, ਭਗਤ ਮਿਲੇ, ਬ੍ਰਹਮ ਗਿਆਨੀ ਹੋਵੇ, ਉਹ ਕਹਿੰਦੇ ਕੋਈ ਵੀ ਹੋਵੇ ਸਾਨੂੰ ਸਾਡੇ ਪ੍ਰੀਤਮ ਦੀ ਕੋਈ ਬਾਤ ਸੁਣਾ ਦੇਵੇ, ਸਾਨੂੰ ਉਸ ਦੇ ਨਾਲ ਮਿਲਾ ਦੇਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੇ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿਤਾ ਹੀ। ਕਿ ਪ੍ਰਮਾਤਮਾ ਨਾਲ ਮਿਲਾਪ ਕਰਨ ਦੀ ਇੰਨੀ ਤੜਫ ਸਾਡੇ ਵਿੱਚ ਹੋਵੇ, ਭਾਵੇਂ ਕੋਈ ਵੀ ਸਾਨੂੰ ਉਹਦੀ ਗੱਲ ਸੁਣਾ ਦੇ, ਕੋਈ ਮਿਲ ਜਾਏ ਗੁਰਮੁਖ ਜਨ, ਭਾਵੇਂ ਬ੍ਰਹਮ ਗਿਆਨੀ ਹੋਵੇ, ਸੰਤ ਹੋਵੇ, ਜਾਂ ਕੋਈ ਵੀ ਐਸੀ ਕੋਈ ਗੱਲ ਹੀ ਸਾਨੂੰ ਦੱਸ ਦੇ ਜਿਹਦੇ ਨਾਲ ਸਾਡੇ ਪ੍ਰਮਾਤਮਾ ਨਾਲ ਮਿਲਾਪ ਹੋ ਜਾਏ। ਇੰਨੀ ਤੜਫ ਹੁੰਦੀ ਹੈ ਅੰਦਰ ਜਗਿਆਸੂ ਦੇ। ਜਿਉਂ-ਜਿਉਂ ਅਸੀਂ ਫਿਰ ਇੱਦਾਂ ਅਭਿਆਸ ਕਰਦੇ ਹਾਂ, ਗੁਰਮੁਖਾਂ ਦੀ ਸੰਗਤ ਸਾਨੂੰ ਮਿਲ ਜਾਂਦੀ ਹੈ, ਅਤੇ ਜਿਸ ਨੂੰ ਇਸ ਦਾ ਭੇਦ ਆ ਉਹ ਰਸਤਾ ਫਿਰ ਅਸੀਂ ਸੁਣ ਕੇ ਅਸੀਂ ਉਸ ਮਾਰਗ 'ਤੇ ਤੁਰ ਪੈਂਦੇ ਹਾਂ। ਹੁਣ ਜਿਵੇਂ ਅੱਗੇ ਵੀ ਬੇਨਤੀ ਕੀਤੀ ਸੀਗੀ ਕਿ ਅਸੀਂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਜਦੋਂ ਸੰਗਤ ਕਰਦੇ, ਸਤਿਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਪਾਸ ਇਹ ਸਾਰੇ ਖਿਤਾਬ ਹੈ, ਸੰਤ, ਭਗਤ, ਬ੍ਰਹਮ ਗਿਆਨੀ, ਸਾਧੂ। ਪਰ ਸਾਡੇ ਵਿੱਚ ਕਮੀ ਕੀ ਹੈ ਕਿ ਅਸੀਂ ਸਤਿਗੁਰੂ ਦੀ ਗੱਲ ਨਹੀਂ ਸੁਣਦੇ। ਤਾਂ ਹੀ ਅਸੀਂ ਕੋਸ਼ਿਸ਼ ਕਰਨੀ ਹੁੰਦੀ ਕਿ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਸੁਣੀਏ, ਅਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਕੇ, ਪ੍ਰੈਕਟੀਕਲ ਨਾਲ ਕਰਕੇ ਅਸੀਂ ਉਸ ਦੱਸੇ ਹੋਏ ਮਾਰਗ 'ਤੇ ਚੱਲੀਏ। ਅਤੇ ਜਦੋਂ ਅਸੀਂ ਇਸ ਮਾਰਗ 'ਤੇ ਫਿਰ ਚੱਲਦੇ ਹਾਂ, ਫਿਰ ਕਈ ਵਾਰੀ ਸਾਡੇ ਮਨ 'ਚ ਸਵਾਲ ਆ ਜਾਂਦੇ ਆ। ਸਵਾਲ ਜਿਹੜੇ ਗੁਰਮੁਖ ਜਾਣੇ ਆ ਉਹ ਕਈ ਵਾਰੀ ਆਪਣੇ ਆਪ 'ਤੇ ਕਰਨ ਲੱਗ ਪੈਂਦੇ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਪ੍ਰਮਾਤਮਾ ਸਾਡੇ 'ਤੇ ਪ੍ਰਸੰਨ ਹੋਇਆ, ਕਿ ਪ੍ਰਮਾਤਮਾ ਸਾਡੇ 'ਤੇ ਖੁਸ਼ ਆ। ਹੁਣ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਤਾਂ ਦੱਸਿਆ ਹੋਇਆ ਕਿ ਗੁਰੂ ਸਾਹਿਬ ਤਾਂ ਖੁਸ਼ ਹੁੰਦੇ ਆਪਣੇ ਸਿੱਖ 'ਤੇ ਜਿਹੜਾ ਸਾਸ ਗਰਾਸ ਸਿਮਰਨ ਕਰਦਾ, ਜਿਹਨੂੰ ਮਹਾਰਾਜ ਕਹਿੰਦੇ ਆ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਕਿ ਗੁਰੂ ਦੇ ਮਨ ਨੂੰ ਭਾਉਂਦਾ ਆ ਉਹ ਗੁਰਸਿੱਖ, ਚੰਗਾ ਲੱਗਦਾ ਉਹ ਗੁਰਸਿੱਖ ਜਿਹੜਾ ਸਾਸ ਗਰਾਸ ਸਿਮਰਨ ਕਰੇ, ਸਵਾਸਾਂ ਦਾ ਇਸਤੇਮਾਲ ਕਰਕੇ ਗੁਰਮੰਤਰ ਦੀ ਆਰਾਧਨਾ ਕਰੇ।
ਜਿਵੇਂ ਵਾਹਿਗੁਰੂ ਵਾਹਿਗੁਰੂ, ਜਿਵੇਂ ਜਿਵੇਂ ਅਸੀਂ ਕਰਦੇ ਹਾਂ, ਗੁਰੂ ਸਾਹਿਬ ਨੂੰ ਬਹੁਤ ਚੰਗਾ ਲੱਗਦਾ ਗੁਰਸਿੱਖ। ਫਿਰ ਸਾਨੂੰ ਹੋਰ ਕਿਵੇਂ ਪਤਾ ਲੱਗੇ ਕਿ ਪ੍ਰਮਾਤਮਾ ਸਾਡੇ 'ਤੇ ਖੁਸ਼ ਆ? ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ, ਕਹਿੰਦੇ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ, ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਹਰੀ ਦੇ ਮਨ ਨੂੰ ਜਿਹੜਾ ਜੀਵ ਭਾਉਂਦਾ ਆ, ਹਰੀ ਖੁਸ਼ ਹੁੰਦਾ ਹੈ, ਅਤੇ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਉਸ ਜੀਵ ਨੂੰ ਭੇਜ ਦਿੰਦਾ ਹੈ। ਜਿਵੇਂ ਅਸੀਂ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਹਾਂ ਅਤੇ ਫਿਰ ਉਹਨਾਂ ਨੂੰ ਨਾਮ ਦੇ ਨਾਲ ਜੋੜਦੇ ਆ, ਉਹ ਨਾਮ ਵੀ ਧਿਆਉਂਦੇ ਆ। ਕਈ ਤਾਂ ਹੁੰਦੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਚਲੇ ਜਾਂਦੇ ਆ, ਉਹ ਨਾਮ ਨਹੀਂ ਧਿਆਉਂਦੇ, ਉਹ ਤਾਂ ਗੁਰੂ ਸਾਹਿਬ ਦੇ ਹੁਕਮ ਤੋਂ ਆਕੀ ਰਹਿ ਰਹੇ ਆ, ਗੁਰੂ ਸਾਹਿਬ ਦੇ ਹੁਕਮ ਮੰਨ ਨਹੀਂ ਰਹੇ। ਤਾਂ ਮਹਾਰਾਜ ਕਹਿੰਦੇ ਕਿ ਉਹ ਹਰੀ ਦਾ ਨਾਮ ਧਿਆਉਣ ਲੱਗ ਪੈਂਦੇ ਆ ਗੁਰਮੁਖ, ਗੁਰੂ ਦੀ ਸ਼ਰਨ ਵਿੱਚ ਆ ਕੇ। ਫਿਰ ਮਹਾਰਾਜ ਨੇ ਸਾਨੂੰ ਸਮਝਾਇਆ, ਜਿਹੜਾ ਸਾਡਾ ਮਨ ਆ ਉਹ ਕਾਂ ਦੀ ਨਿਆਈ ਆ, ਇਹਨੂੰ ਜੇ ਅੰਮ੍ਰਿਤ ਰਸ ਪਾਇਆ ਜਾਏ, ਜਿਹੜਾ ਮਨ ਮਨਮੁਖ ਹੁੰਦਾ ਆ, ਮਹਾਰਾਜ ਕਹਿੰਦੇ ਜਦੋਂ ਕਾਂ ਦੀ ਨਿਆਈ ਹੁੰਦਾ ਆ, ਅਤੇ ਇਹ ਜਿਹੜਾ ਆ ਮਨ ਸਾਡਾ, ਇਹਨੂੰ ਨਾਮ ਨਹੀਂ ਚੰਗਾ ਲੱਗਦਾ, ਇਹ ਪੁੱਠੇ ਰਾਹ 'ਤੇ ਚੱਲਦਾ ਆ, ਅਤੇ ਇਹਨੂੰ ਗੰਦਗੀ ਦੇ ਵਿੱਚ ਚੁੰਝ ਮਾਰਨ ਦੀ ਆਦਤ ਹੁੰਦੀ ਆ। ਜਿਹਨੂੰ ਮਹਾਰਾਜ ਕਹਿੰਦੇ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੇ ਬਿਸ਼ਟਾ ਖਾਏ ਮੁਖ ਗੋ ਹੈ, ਕਿ ਜੇ ਇਹਨੂੰ ਕੋਈ ਨਾਮ ਜਪਾਉਣ ਦੀ ਕੋਸ਼ਿਸ਼ ਕਰਦਾ ਆ ਤਾਂ ਇਹਨੂੰ ਚੰਗਾ ਨਹੀਂ ਲੱਗਦਾ, ਇਹਦੀ ਤ੍ਰਿਪਤੀ ਇਹਨੂੰ ਹੁੰਦੀ ਆ ਇਸ ਕਾਂ ਮਨ ਨੂੰ ਗੰਦਗੀ ਦੇ ਵਿੱਚ ਚੁੰਝ ਮਾਰ ਕੇ। ਅਤੇ ਜਿਹੜਾ ਹੰਸ ਹੁੰਦਾ ਆ, ਸਵਾਨ ਜਿਹਨੂੰ ਕਹਿ ਦਿੱਤਾ ਇੰਗਲਿਸ਼ ਵਿੱਚ, ਉਹ ਬਹੁਤ ਸੋਹਣਾ ਹੁੰਦਾ ਆ। ਉਹ 'ਤੇ ਖੁਰਾਕ ਜਿਹੜੀ ਆ, ਮਹਾਰਾਜ ਨੇ ਗੁਰਬਾਣੀ 'ਚ ਦੱਸਿਆ, ਹੰਸ ਦੀ ਐਸੀ ਹੁੰਦੀ ਆ ਉੱਚੀ ਕਿ ਉਹ ਤਾਂ ਮੋਤੀ ਚੁਗਦਾ ਆ। ਅੰਮ੍ਰਿਤ ਜਿਵੇਂ ਸਾਨੂੰ ਪ੍ਰਾਪਤ ਹੁੰਦਾ ਆ, ਉਹ ਇਸ ਦੀ ਅਸਲ ਵਿੱਚ ਮਨ ਦੀ ਖੁਰਾਕ ਆ। ਅਤੇ ਸਾਡਾ ਜਿਹੜਾ ਮਨ ਆ, ਜੇਕਰ ਅਸੀਂ ਇਸ ਮਾਰਗ 'ਤੇ ਤੁਰ ਪੈਂਦੇ ਆ, ਮਹਾਰਾਜ ਪੂਰੀ ਤਰ੍ਹਾਂ ਇਸ ਮਨ ਨੂੰ ਬਦਲ ਦਿੰਦੇ ਆ। ਜਿਹਨੂੰ ਮਹਾਰਾਜ ਕਹਿੰਦੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ, ਕਾਂ ਤੋਂ ਪੂਰੀ ਤਰ੍ਹਾਂ ਇਸ ਨੂੰ ਹੰਸ ਬਣਾ ਦਿੰਦੇ ਆ। ਪ੍ਰਮਾਤਮਾ ਐਸੀ ਕਿਰਪਾ ਕਰਦੇ ਜੇ ਉਹਦੇ ਮਨ ਨੂੰ ਅਸੀਂ ਭਾਉਂਦੇ ਹੋਏ। ਫਿਰ ਮਹਾਰਾਜ ਕਹਿੰਦੇ ਆ, ਜਿਹੜਾ ਪ੍ਰਮਾਤਮਾ ਦੀ ਕਥਾ ਸੁਣਾਵੇ, ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੈ ਮਨ ਚਿਤ ਭਾਵੈ। ਜਿਹੜਾ ਹਰੀ ਦੀ ਕਥਾ ਸੁਣਾਉਂਦਾ ਹੋਵੇ, ਕਹਿੰਦੇ ਉਹ ਵੀ ਪ੍ਰਮਾਤਮਾ ਦੇ ਮਨ ਨੂੰ ਭਾਉਂਦਾ ਆ। ਮਹਾਰਾਜ ਫਿਰ ਦੱਸਦੇ, ਜੇ ਸਾਨੂੰ ਇਸ ਮਾਰਗ 'ਤੇ ਪ੍ਰਮਾਤਮਾ ਤੋਰ ਰਿਹਾ ਆ, ਲਿਵ ਦੇ ਰਾਹ 'ਤੇ, ਅਤੇ ਸਮਝੋ ਫਿਰ ਵੀ ਮਹਾਰਾਜ ਸਾਡੇ 'ਤੇ ਖੁਸ਼ ਆ। ਜਿਸ ਭਾਵ ਹੈ ਤਿਸ ਲੈ ਲੜ ਲਾਏ, ਕਿਉਂਕਿ ਉਹ ਆਪਣੇ ਲੜ ਨਾਲ ਲਾ ਰਹੇ ਸਾਨੂੰ। ਥਾਨ ਥਨੰਤ ਰਹਿਆ ਸਮਾਏ, ਉਹ ਸਾਰੇ ਪਾਸੇ ਸਮਾਇਆ ਹੋਇਆ ਸੱਚਾ ਪਾਤਸ਼ਾਹ। ਅਤੇ ਜਦੋਂ ਉਹ ਸਾਡੇ 'ਤੇ ਖੁਸ਼ ਹੁੰਦਾ, ਸਾਨੂੰ ਇੱਧਰਲੇ ਪਾਸੇ ਤੁਰਦਾ, ਸਾਨੂੰ ਸੰਗਤ ਬਖਸ਼ਦੇ ਆ। ਸੰਗਤ ਉਹਦੀ ਸ਼ਰਨ ਹੁੰਦੀ ਹੈ, ਮਾਧੋ ਸਤਸੰਗਤ ਸ਼ਰਨ ਤੁਮਾਰੀ। ਅਤੇ ਜਿਸ ਨੂੰ ਇਸ ਰਾਹ 'ਤੇ ਤੋਰਦੇ ਆ ਪ੍ਰਮਾਤਮਾ ਮਾਲਕ, ਉਹਦਾ ਨਿਸਤਾਰਾ ਕਰਦੇ ਆ, ਉਸ ਨੂੰ ਬੰਧਨਾਂ ਤੋਂ ਮੁਕਤ ਕਰ ਦਿੰਦੇ ਆ। ਹੁਣ ਕਈ ਸਿਰਫ ਸਤੋਗੁਣ ਤੱਕ ਸੀਮਿਤ ਆ। ਜੇ ਤੁਸੀਂ ਸਤੋਗੁਣ ਤੱਕ ਸੀਮਿਤ ਹੈ, ਸਿਰਫ ਤ੍ਰੈਗੁਣ ਤੱਕ ਹੀ ਸੀਮਿਤ ਹੈ, ਸਮਝੋ ਹਜੇ ਤੁਸੀਂ ਉਸ ਮਾਲਕ ਦੀ ਰਜ਼ਾ ਦੇ ਵਿੱਚ ਨਹੀਂ ਆਏ, ਭਾਣੇ ਦੇ ਵਿੱਚ ਨਹੀਂ ਆਏ, ਹੁਕਮ 'ਚ ਨਹੀਂ ਆਏ। ਜੇਕਰ ਸਾਨੂੰ ਮਹਾਰਾਜ ਨਾਮ ਜਪਾ ਰਹੇ ਆ, ਸਾਡੇ ਤੋਂ ਹਰੀ ਦੀ ਉਸਤਤ ਕਰਾ ਰਹੇ ਆ, ਜੇ ਸਾਡੇ ਤੋਂ ਮਹਾਰਾਜ ਪ੍ਰਸੰਨ ਹੋਇਆ ਅਤੇ ਸਾਨੂੰ ਸੰਗਤ ਬਖਸ਼ ਰਿਹਾ, ਸਮਝੋ ਕਿ ਉਹ ਮਾਲਕ ਸਾਡੇ 'ਤੇ ਖੁਸ਼ ਆ। ਮਹਾਰਾਜ ਕਹਿੰਦੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ। ਜਿਹਦੇ 'ਤੇ ਉਹ ਮਾਲਕ ਖੁਸ਼ ਹੈ ਨਾ, ਉਸ ਨੂੰ ਬੰਧਨਾਂ ਤੋਂ ਮੁਕਤ ਕਰਦੇ ਆ, ਤ੍ਰੈਗੁਣਾਂ ਤੋਂ ਉੱਪਰ ਉਠਾਉਂਦੇ ਆ। ਉਹ ਫਿਰ ਜਿਹੜਾ ਜਨ ਆ, ਉਹ ਸੇਵਕ ਹੁੰਦਾ ਪ੍ਰਮਾਤਮਾ ਦਾ, ਜਿਹੜਾ ਇਸ ਮਾਰਗ 'ਤੇ ਤੁਰ ਕੇ ਉਸ ਭਾਣੇ ਦੇ ਵਿੱਚ, ਨਾਮ ਦੇ ਦਾਇਰੇ ਦੇ ਵਿੱਚ ਰਹਿੰਦਾ ਹੈ। ਫਿਰ ਮਾਲਕ ਉਸ ਦੀ ਹਰ ਜਗ੍ਹਾ ਰੱਖਿਆ ਵੀ ਕਰਦੇ ਆ, ਮਦਦ ਕਰਦੇ ਆ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠ ਧਾਵੈ। ਜਿਹੜਾ ਵੀ ਉਹਨਾਂ ਦਾ ਕਾਰਜ ਹੁੰਦਾ ਉਸ ਗੁਰਮੁਖ ਦਾ,
ਉੱਥੇ ਆਪ ਹੀ ਪ੍ਰਮਾਤਮਾ ਉਹਨਾਂ ਦੇ ਕਾਰਜ ਸਿੱਧ ਕਰਨ ਲਈ ਹਾਜ਼ਰ ਹੁੰਦੇ ਆ ਅਤੇ ਆਪਣੇ ਸੇਵਕ ਦੀ ਰਾਖੀ ਕਰਦੇ, ਉਹਦੀ ਪੱਤ ਰੱਖਦੇ ਆ ਅਤੇ ਆਪ ਹੀ ਉਹਨੂੰ ਫਿਰ ਨਾਮ ਜਪਾ ਰਹੇ ਆ। ਫਿਰ ਜਿਹੜਾ ਗੁਰਮੁਖ ਜਾਂਦੇ ਆ ਉਹਨੂੰ ਵੀ ਭੇਦ ਆ ਜਾਂਦਾ ਕਿ ਮਹਾਰਾਜ ਮੈਨੂੰ ਵਾਰ-ਵਾਰ ਯਾਦ ਕਰਾ ਰਿਹਾ ਕਿ ਨਾਮ ਜਪ। ਅਤੇ ਜਦੋਂ ਫਿਰ ਅਸੀਂ ਇਸ ਤਰੀਕੇ ਨਾਲ ਇਸ ਮਾਰਗ 'ਤੇ ਤੁਰਦੇ ਹਾਂ, ਉਸ ਮਾਲਕ ਦੀ ਸੇਵਾ ਕਰਦੇ ਹਾਂ, ਅਤੇ ਮਹਾਰਾਜ ਦੱਸਦੇ ਨੇ, ਕਹਿੰਦੇ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ, ਸੋ ਪ੍ਰਸੰਨ ਭੇ ਕੇਸਵਾ ਸੇ ਜਨ ਹਰ ਗੁਣ ਗਾਹੇ। ਫਿਰ ਮਾਲਕ ਕੀ ਕਰਦੇ ਆ, ਆਪਣੇ ਘਰ ਦੀ ਡਿਊਟੀ ਉਹਨਾਂ ਨੂੰ ਪੱਕੀ ਸੌਂਪ ਦਿੰਦੇ ਆ ਕਿ ਤੁਸੀਂ ਇਸ ਘਰ ਦੀ ਉਸਤਤ ਕਰਨੀ ਆ। ਉਹਨਾਂ ਨੂੰ ਸਾਰੇ ਰਿੱਧੀਆਂ ਸਿੱਧੀਆਂ, ਸਾਰੇ ਪਦਾਰਥ, ਨਾਮ, ਉਹਦਾ ਮਹਾਰਸ ਪ੍ਰਾਪਤ ਹੋ ਜਾਂਦਾ ਆ। ਅਤੇ ਕੇਸਵ ਕਹਿ ਦਿੱਤਾ ਪ੍ਰਮਾਤਮਾ ਨੂੰ, ਅਤੇ ਉਹ ਇੰਨਾ ਪ੍ਰਸੰਨ ਹੁੰਦਾ ਕਿ ਉਹ ਫਿਰ ਹਰੀ ਦੇ ਗੁਣ ਗਾਉਣ 'ਤੇ ਉਸ ਜਨ ਨੂੰ ਲਾ ਦਿੰਦੇ ਆ। ਇਸ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕਰਨੀ ਹੈ ਕਿ ਇਸ ਮਾਰਗ 'ਤੇ ਤੁਰੀਏ, ਕਿ ਅਸੀਂ ਵੀ ਹਰੀ ਦੀ ਉਸਤਤ ਕਰਨ ਜੋਗੇ ਹੋਈਏ। ਅਸੀਂ ਜਿੰਨਾ ਥੋੜ੍ਹਾ ਬਾਲਾ ਸਾਨੂੰ ਗਿਆਨ ਹੋਇਆ ਹੈ ਕਿ ਉਸੀ ਮਾਲਕ ਦੀ ਗੱਲ ਕਰੀ ਜਾਈਏ। ਉਸਤਤ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਵਾਜੇ ਤਬਲੇ 'ਤੇ ਉਸਤਤ ਕਰੀ ਜਾਓ ਜਾਂ ਸਾਜ਼ਾਂ ਦੇ ਨਾਲ। ਉਸਤਤ ਕਰਨ ਦਾ ਹੁੰਦਾ ਹੈ ਮਤਲਬ ਕਿ ਉਸ ਮਾਲਕ ਦੀ ਗੱਲ ਕਰੀ ਜਾਣੀ, ਉਸ ਮਾਲਕ ਦੀ ਸਿਫਤ ਸਲਾਹ ਕਰਨੀ, ਜਿੱਥੇ ਵੀ ਬਹਿੰਦੇ ਆ ਮਾਲਕ ਦੀ ਗੱਲ ਕਰਨੀ। ਅਤੇ ਤਾਂ ਹੀ ਕਹਿ ਦਿੰਦੇ ਆ ਕਿ ਪੰਜਾਬੀ ਦੇ ਵਿੱਚ ਕਿ ਫਲਾਨਾ ਫਲਾਨੇ ਦੇ ਗੁਣ ਗਾਉਂਦਾ ਰਹਿੰਦਾ ਆ। ਅਤੇ ਅਸੀਂ ਹਰੀ ਦੇ ਜਨ ਬਣਨਾ, ਅਸੀਂ ਹਰੀ ਦੇ ਗੁਣ ਗਾਉਣੇ ਆ। ਜੇਕਰ ਅਸੀਂ ਇਸ ਤਰੀਕੇ ਨਾਲ ਆਪਣੇ ਇਸ ਜੀਵਨ ਨੂੰ ਤਬਦੀਲ ਕਰਦੇ ਹਾਂ ਕਿ ਇਸ ਲਿਵ ਦੇ ਰਾਹ 'ਤੇ ਤੁਰ ਕੇ, ਲਿਵ ਦੇ ਰਾਹ 'ਤੇ ਚੱਲ ਕੇ ਅਸੀਂ ਆਪਣੇ ਮਨ ਨੂੰ ਤ੍ਰੈਗੁਣਾ ਤੋਂ ਉੱਪਰ ਉਠਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹ ਮਾਲਕ ਤਾਂ ਵੇਖਦਾ ਹੈ ਸਾਡੇ 'ਤੇ, ਫਿਰ ਇਹਦਾ ਮਤਲਬ ਖੁਸ਼ ਹੈ। ਅਤੇ ਤਾਂ ਹੀ ਅਸੀਂ ਅਸਲ ਵਿੱਚ ਇਸ ਮਾਰਗ 'ਤੇ ਚੱਲਦੇ ਹਾਂ, ਕਿਉਂਕਿ ਉਹਨਾਂ ਨੇ ਇਸ ਮਾਰਗ 'ਤੇ ਸਾਨੂੰ ਤੋਰਿਆ ਹੋਇਆ। ਇਹ ਵੀ ਨਾਲ ਗੱਲ ਆਪਣੇ ਮਨ 'ਚ ਵਸਾ ਲੈਣੀ ਹੈ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਕੋਈ ਬੋਲਦਿਆਂ ਹੋਇਆ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।